ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 153 ਤੇ ਵਿਚਾਲੇ ਜੇ ਕਰਕੇ ਹੈ। ਗੌੜੀ ਮਹਿਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ 10 ਦੁਆਰ, ਤ੍ਰਿਭਵਨ ਬੇਦਿਆ ਆਪ ਮੁਰਾਰ। ਕਮਲ ਤੋਂ ਭਾਵ ਇੱਥੇ ਮਨ ਤੋਂ ਹੈ। ਜਿਹੜੇ ਪ੍ਰਾਣਾਯਾਮ ਕਰਨ ਵਾਲੇ ਰਿਸ਼ੀ ਮੁਨੀ ਨੇ, ਉਹ ਕਹਿੰਦੇ ਸਾਡੇ 6 ਥਾਵਾਂ 'ਤੇ ਸਰੀਰ 'ਚ ਕਮਲ ਹੁੰਦਾ ਹੈ। ਸਭ ਤੋਂ ਹੇਠਲਾ ਕਮਲ 2 ਪੱਤੀਆਂ ਵਾਲਾ ਹੈ, ਉਹ ਮੁੱਧ ਹੈ। ਉਸ ਤੋਂ ਉੱਪਰ ਫਿਰ 4 ਪੱਤੀਆਂ ਵਾਲਾ, ਉਹ ਵੀ ਮੁੱਧ ਹੈ। ਫਿਰ 8 ਪੱਤੀਆਂ ਵਾਲਾ, ਉਹ ਵੀ ਮੁੱਧ ਹੈ। ਫਿਰ 16 ਪੱਤੀਆਂ ਵਾਲਾ, ਉਹ ਵੀ ਮੁੱਧ ਹੈ। ਫਿਰ 32 ਪੱਤੀਆਂ ਵਾਲਾ, ਉਹ ਵੀ ਮੁੱਧ ਹੈ। ਅਤੇ ਫਿਰ 1000 ਪੱਤੀਆਂ ਵਾਲਾ ਕਮਲ ਹੈ। ਉਹ ਕਹਿੰਦੇ ਜਿਹਦਾ ਪ੍ਰਾਣਾਯਾਮ ਰਾਹੀਂ ਉਹ ਅਭਿਆਸ ਕਰਦੇ ਨੇ ਤਾਂ ਲਗਾਤਾਰ ਸਵਾਸ ਉਸ ਕਮਲ 'ਤੇ ਵੱਜਦੇ ਨੇ। ਉਸ ਮੁੱਧੇ ਹੋਏ ਕਮਲ ਨੂੰ ਸਿੱਧਿਆਂ ਕਰ ਦਿੰਦੇ। ਜਦੋਂ ਸਿੱਧੇ ਹੁੰਦੇ ਨੇ ਕਮਲ, ਉਹ ਦੋਨੋਂ ਪੱਤੀਆਂ ਜਗਮਗ ਕਰਨ ਲੱਗ ਜਾਂਦੀਆਂ। ਇੱਥੇ ਗੁਰੂ ਮਹਾਰਾਜ ਕਹਿੰਦੇ ਹੋ, ਸਾਡਾ ਮਨ ਜਿਹੜਾ ਹੈ ਉਹ ਪਰਮਾਤਮਾ ਵੱਲੋਂ ਉਲਟਿਆ ਹੋਇਆ। ਇਹ ਮਨ ਮੁੱਧਾ ਹੈ, ਪੁੱਠਾ ਹੈ। ਜਦੋਂ ਮਨੁੱਖ ਬ੍ਰਹਮ ਵਿਚਾਰ ਕਰਦਾ ਹੈ, ਭਾਵ ਪਰਮਾਤਮਾ ਦਾ ਨਾਮ ਜਪਦਾ ਹੈ, ਨਾਮ ਜਪਦਿਆਂ ਇਹ ਮਨ ਰੂਪੀ ਕਮਲ ਸਿੱਧਾ ਹੋ ਜਾਂਦਾ। ਪਹਿਲਾਂ ਇਹ ਮੁੱਧ ਹੈ, ਉਹ ਤਾਂ ਪ੍ਰਾਣਾਯਾਮ ਰਾਹੀਂ ਇਹਨੂੰ ਸਿੱਧਿਆਂ ਕਰਦੇ ਨੇ। ਗੁਰਬਾਣੀ ਕਹਿੰਦੀ ਤੁਹਾਨੂੰ ਪ੍ਰਾਣਾਯਾਮ ਕਰਨ ਦੀ ਲੋੜ ਨਹੀਂ, ਤੁਸੀਂ ਨਾਮ ਜਪ ਕੇ ਹੀ ਇਸ ਨੂੰ ਸਿੱਧਿਆਂ ਕਰ ਸਕਦੇ ਹੋ। ਜਦੋਂ ਮਨ ਰੂਪੀ ਕਮਲ ਸਿਮਰਨ ਕਰਕੇ ਸਿੱਧਾ ਹੋ ਜਾਂਦਾ ਨਾ, ਅੰਮ੍ਰਿਤ ਧਾਰ ਗਗਨ 10 ਦੁਆਰ, ਤਾਂ 10ਵੇਂ ਦੁਆਰ ਦੇ ਵਿੱਚ ਫਿਰ ਕਹਿੰਦੇ ਅੰਮ੍ਰਿਤ ਦੀ ਧਾਰਾ ਚੱਲਦੀ ਹੈ। ਫਿਰ ਨਾਮ ਰਸ ਟਪਕਦਾ ਹੈ। ਫਿਰ ਅੰਦਰ ਨਾਮ ਰਸ ਦੀ ਲਹਿਰ ਚੱਲਦੀ ਹੈ। ਉਹ ਫਿਰ ਜੋ ਨਾਮ ਰਸ ਚੱਲਦਾ ਹੈ, ਫਿਰ ਭਗਤੀ ਕਰਨ ਵਾਲੇ ਦਾ ਬਹੁਤ ਆਨੰਦ ਆਉਂਦਾ ਹੈ ਅਤੇ ਉਸ ਆਨੰਦ ਨੂੰ ਫਿਰ ਘੰਟਿਆਂ ਬੱਧੀ ਮਾਣਦਾ ਰਹਿੰਦਾ ਹੈ। ਇਸ ਲਈ ਕਹਿੰਦੇ ਜਦੋਂ ਬ੍ਰਹਮ ਦੀ ਵਿਚਾਰ ਕੀਤੀ, ਜਦੋਂ ਸਿਮਰਨ ਕੀਤਾ ਤਾਂ ਕਮਲ ਫੁੱਲ ਉਲਟ ਗਿਆ, ਹੁਣ ਸਿੱਧਾ ਹੋ ਗਿਆ। ਅੰਮ੍ਰਿਤ ਦੀ ਧਾਰਾ ਗਗਨ ਦੁਆਰ 10ਵੇਂ ਦੁਆਰ ਤੋਂ ਇਹਦੇ ਵਿੱਚ ਵਗਣ ਲੱਗ ਪਈ। ਤ੍ਰਿਭਵਨ ਬੇਦਿਆ ਆਪ ਮੁਰਾਰ। ਮੁਰਾਰ ਹੁੰਦਾ ਪਰਮਾਤਮਾ ਨੇ, ਮੁਰਾਰੀ ਜਿਹਨੂੰ ਕਹਿੰਦੇ। ਤ੍ਰਿਭਵਨ 3 ਭਵਨ, ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, 3 ਭਵਨ ਗਿਣੇ ਗਏ। ਬੇਦਿਆ ਹੁੰਦਾ ਵਿਨਿਆ। ਜਿਵੇਂ ਕਮਲ ਨੇ, ਜਿਵੇਂ ਫੁੱਲ ਨੇ, ਹਾਰ ਪਰੋਣ ਨਾਲ ਕੀ ਕਰਦਾ ਹੈ ਕਿ ਹਰ ਇੱਕ ਫੁੱਲ ਦੇ ਵਿੱਚੋਂ ਦੀ ਸੂਈ ਧਾਗਾ ਲੰਘਾਉਂਦਾ, ਉਹਨੂੰ ਵਿੰਨਦਾ ਹੈ। ਕਈ ਬੀਬੀਆਂ ਬੱਚੇ ਛੋਟੇ ਕੰਨ ਵਿੰਨੇ ਹੁੰਦੇ ਨੇ ਵੀ ਕੱਲ੍ਹ ਨੂੰ ਉਹ 'ਚ ਕਾਂਟੇ ਪਾਉਣੇ ਹੈ, ਕੋਈ ਹੋਰ ਚੀਜ਼ ਪਾਉਣੀ ਹੈ, ਉਹ ਪਹਿਲਾਂ ਹੀ ਵਿੰਨ ਦਿਓ, ਮੋਹਰੀ ਕਰ ਦਿਓ। ਕਈਆਂ ਦੇ ਨੱਕ ਦੇ ਇੱਕ ਪਾਸੇ ਨਾਚ ਮੋਹਰੀ ਕੀਤੀ ਹੁੰਦੀ ਹੈ। 10ਮ ਪਾਤਸ਼ਾਹ ਨੇ ਇਹ ਦੋਨੋਂ ਬੰਦ ਕਰਤੇ ਸੀ। ਉਹ ਕਹਿੰਦੇ ਗਹਿਣੇ ਪਾਉਣੇ ਨੇ, ਕੰਨ ਨਹੀਂ ਵਿੰਨਣੇ, ਨੱਕ ਨਹੀਂ ਵਿੰਨਣਾ, ਸਰੀਰ ਦੇ ਵਿੱਚ ਕੋਈ ਮੋਹਰੀ ਨਹੀਂ ਕਰਨੀ। ਪੁਰਾਣੇ ਜ਼ਮਾਨੇ 'ਚ ਦੇਵੀ ਦੇਵਤੇ ਅੱਗੇ ਜਦੋਂ ਬਲੀ ਦਿੰਦੇ ਸੀ, ਦੇਖਿਆ ਜਾਂਦਾ ਸੀ ਇਸ ਦੇ ਸਰੀਰ ਦੇ ਸਾਰੇ ਅੰਗ ਪੂਰੇ ਨੇ। ਅਗਰ ਕੋਈ ਉਂਗਲ ਵੀ ਕੱਟੀ ਹੋਈ ਹੈ ਜਾਂ ਕੋਈ ਹੋਰ ਹੈ, ਉਹਦੀ ਬਲੀ ਨਹੀਂ ਸੀ ਦਿੱਤੀ ਜਾ ਸਕਦੀ, ਵੀ ਅਧੂਰਾ ਹੈ। ਇਸੇ ਤਰ੍ਹਾਂ ਹੀ ਜਿਹੜੇ ਅੰਮ੍ਰਿਤ ਛਕਾਉਂਦੇ ਨੇ, ਉਹ ਵੀ ਪੂਰੇ ਅੰਗਾਂ ਵਾਲੇ ਚਾਹੀਦੇ, ਪੰਜੇ ਪਿਆਰੇ। ਅਗਰ ਕੋਈ ਅੰਗਹੀਨ ਹੈ, ਉਹਨੂੰ ਨਹੀਂ ਆਗਿਆ ਅੰਮ੍ਰਿਤ ਛਕਾਉਣ ਦੀ। ਸੋ ਇਸ ਲਈ 10ਮ ਪਾਤਸ਼ਾਹ ਨੇ ਕਹਿਤਾ ਸੀ ਕਿ ਭਈ ਅੱਗੇ ਤੋਂ ਕੰਨ ਨੱਕ ਨਹੀਂ ਵਿੰਨਣੇ, ਗਲੇ 'ਚ ਪਾ ਲਓ ਜੇ ਤੁਸੀਂ ਗਹਿਣੇ ਪਾਉਣੇ ਨੇ,
ਹੱਥਾਂ 'ਤੇ ਪਾ ਲਓ, ਉਂਗਲਾਂ 'ਤੇ ਪਾ ਲਓ ਵੀ ਇਸ ਸਰੀਰ ਦਾ ਕੋਈ ਅੰਗ ਵਿੰਨ੍ਹਣਾ ਨਹੀਂ। ਆਹੋ ਪਤਾ ਕੀ ਹੈ, ਉਹ ਚਲੋ ਵਾਲ ਕੱਟ ਤਾਂ ਨਹੀਂ ਰਹੇ, ਵਾਲ ਕੱਟਣੇ ਹੀ ਮਨਾ ਨੇ, ਸਵਾਰ ਹੀ ਰਹੇ ਨੇ। ਹਾਂ ਉਹ ਜ਼ਾਹਰ ਕਰ ਉਹ ਸੋਹਣੇ ਲੱਗ ਰਹੇ, ਮਾੜੇ ਨਹੀਂ ਲੱਗ ਰਹੇ। ਬੁੱਢੇ ਨੂੰ ਜਵਾਨ ਬਣਾਉਣਾ, ਉਹਦੇ ਡਾਈ ਕਰ ਦਿਓ। ਦੇਖੋ ਮੈਂ ਉੱਥੇ ਅਮਲੋਹ ਦੇ ਕੋਲ ਸਕੂਲ 'ਚ ਸੀ, ਮੈਂ ਦੇਖਿਆ ਵੀ ਜਿਹੜਾ ਪੀਐਨ ਹੈ ਇਹ ਤਾਂ ਬਹੁਤ ਬਜ਼ੁਰਗ ਹੋ ਗਿਆ ਹੈ, ਇਹ ਰਿਟਾਇਰ ਹੀ ਨਹੀਂ ਹੋ ਰਿਹਾ। ਉਹ ਮੈਂ ਉਹਨੂੰ ਪੁੱਛਿਆ ਮਾਤੂ ਰਾਮ ਦਾ ਨਾਂ, ਮਾਤੂ ਰਾਮ ਵੀ ਕਿਤੇ ਗਲਤੀ ਨਾਲ ਤਾਂ ਤੇਰਾ ਨਾਮ ਚੱਲੀ ਜਾ ਰਿਹਾ ਵੀ ਤੂੰ ਤਾਂ ਇੰਨਾ ਬੁੱਢਾ। ਕਹਿੰਦੇ ਸਰ ਜੀ ਸੁਣੋ, ਕਹਿੰਦੇ ਮੇਰੇ ਚਿੱਟੀ ਦਾੜੀ ਸੀ, ਇਹ ਯੂਨੀਅਨ ਵਾਲੇ ਮੈਨੂੰ ਡੀਓ ਕੋਲੇ ਲੈ ਗਏ, ਜਿਹੜਾ ਜ਼ਿਲ੍ਹੇ ਦਾ ਅਫਸਰ ਹੁੰਦਾ ਜੀ, ਬਈ ਇਹਨੂੰ ਜੀ ਪੀਐਨ ਰੱਖਣਾ। ਉਹ ਕਹਿੰਦਾ ਬਈ ਇਹ ਤਾਂ ਵੱਡੀ ਉਮਰ ਦਾ, ਕੋਈ ਛੋਟੀ ਉਮਰ ਵਾਲਾ ਲਿਆਓ। ਕਹਿੰਦੇ ਯੂਨੀਅਨ ਵਾਲੇ ਮੈਨੂੰ ਨਾ ਨਾਈ ਕੋਲੇ ਲੈ ਗਏ, ਉੱਥੇ ਜਿਹੜਾ ਹੈ ਮੇਰੇ ਵਾਲ ਦਾੜੀ ਵੀ ਸਿਰ ਦੇ ਵਾਲ ਡਾਈ ਕਰਤੇ, ਡਾਈ ਕਰਕੇ ਅਗਲੇ ਦਿਨ ਮੈਨੂੰ ਫਿਰ ਲੈ ਗਏ, ਕਹਿੰਦੇ ਅਸੀਂ ਉਹਦਾ ਛੋਟਾ ਭਰਾ ਲੈ ਆਏ ਹਾਂ। ਡੀਓ ਕਹਿੰਦਾ ਹਾਂ ਠੀਕ ਹੈ ਲੈ ਆਓ। ਕਹਿੰਦਾ ਇਸ ਲਈ ਅੰਦਾ ਉਹਨੇ ਮੈਨੂੰ ਪਹਿਲਾਂ ਕਹਿਤਾ ਵੀ ਜੇ ਤੇ ਪੁੱਛਣ ਤੇਰੀ ਉਮਰ ਕਿੰਨੀ ਹੈ, ਹੁਣ ਤੂੰ ਥੋੜ੍ਹੀ ਦੱਸੀ। ਕਹਿੰਦਾ ਹੈ ਤਾਂ ਮੈਂ 40 ਸਾਲ ਦਾ ਸੀ, ਮੈਂ ਆਪਣੀ ਉਮਰ 20 ਸਾਲ ਦੱਸਤੀ। ਉਹ ਡੀਓ ਨੂੰ ਜੱਚ ਗਿਆ, ਉਹਨੇ 20 ਸਾਲ ਲਈ ਤਾਂ ਨਹੀਂ ਕਹਿੰਦਾ ਮੈਂ ਰਿਟਾਇਰ ਹੋਇਆ ਜੀ। ਹੁਣ ਤਾਂ ਅਸਲ ਤਾਂ 58 ਸਾਲ ਦੇ ਕਦੋਂ ਦੇ ਹੋ ਗਏ ਨੇ ਮੈਨੂੰ, ਹੁਣ ਕਾਗਜ਼ਾਂ ਜਦੋਂ 58 ਹੋਣਗੇ ਉਦੋਂ ਮੈਂ ਰਿਟਾਇਰ ਹੋ। ਮੈਂ ਸੋਚਿਆ ਵੀ ਤਾਂ ਬਹੁਤ ਬਜ਼ੁਰਗ ਲੱਗਦਾ ਹੈ ਵੀ। ਉਹ ਕਹਿੰਦਾ ਆਹ ਗੱਲ ਹੋਈ ਹੈ। ਸੋ ਇਸ ਲਈ ਇਹ ਬੀਬੀਆਂ ਤਾਂ ਡਾਈ ਕਰਦੀਆਂ। ਮੈਂ ਕੋਈ ਇਹ ਨਹੀਂ ਕਹਿੰਦਾ ਵੀ ਤੁਸੀਂ ਡਾਈ ਕਰੋ, ਠੀਕ ਹੈ। ਸਿੱਖ ਨੂੰ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਵਾਲਾਂ ਦੀ ਬੇਅਦਬੀ ਨਹੀਂ ਕਰਨੀ, ਉਹ ਬੇਅਦਬੀ ਹੈ। ਅਤੇ ਜੇ ਉਂਝ ਦੇਖਿਆ ਜਾਏ ਤਾਂ ਕੋਈ ਬੇਅਦਬੀ ਨਹੀਂ ਹੈਗੀ, ਇਹ ਤਾਂ ਸਵਾਰ ਰਹੇ ਨੇ, ਕੋਈ ਕੈਂਚੀ ਨਾਲ ਕੱਟ ਨਹੀਂ ਰਹੇ, ਕੁਛ ਨਹੀਂ ਕਰ ਰਹੇ। ਖੈਰ ਅਸੀਂ ਬਹੁਤਾ ਜ਼ੋਰ ਨਾ ਸ਼ੁਭ ਕਰਮਾਂ 'ਤੇ ਦੇਣਾ। ਮੰਨ ਲਓ ਮੈਂ ਕਿਤੇ ਵੀ ਕੈਂਚੀ ਸਰੀਰ 'ਤੇ ਨਹੀਂ ਲਾਉਂਦਾ, ਵਾਲਾਂ ਨਹੀਂ ਲਾਉਂਦਾ, ਸਭ ਕੁਝ ਠੀਕ ਹੈ, ਮੈਂ ਹਾਂ, ਪਰ ਅਗਰ ਮੇਰੇ ਕੰਮ ਨਹੀਂ ਚੰਗੇ ਤਾਂ ਵੀ ਮੈਂ ਗੁਰੂ ਨੂੰ ਪਿਆਰਾ ਨਹੀਂ ਲੱਗਣਾ, ਤਾਂ ਵੀ ਮੈਂ ਪਿਆਰਾ ਨਹੀਂ ਲੱਗਣਾ। ਮੈਂ ਕਹੀ ਜਾ ਨਾ ਜੀ ਮੈਂ ਤਾਂ ਜਿਵੇਂ ਤੁਸੀਂ ਕਹਿੰਦੇ ਸੀ ਉਸ ਤਰ੍ਹਾਂ ਕਰਦੇ ਹੋ, ਕਹਿੰਦੇ ਨਹੀਂ ਤੇਰੇ ਕੰਮ ਨਹੀਂ ਠੀਕ ਹੈ। ਸਮਾਜ ਨੂੰ ਤੇ ਸਾਡੇ ਸ਼ੁਭ ਕਰਮਾਂ ਦੀ ਲੋੜ ਹੈ। ਹੁਣ ਇਹ ਨਹੀਂ ਦੇਖਣਾ ਇਹਨੇ ਡਾਈ ਕੀਤੇ ਨੇ ਨਹੀਂ ਕੀਤੇ, ਹੁਣ ਤਾਂ ਦੇਖਣ ਵੀ ਇਹ ਕੋਈ ਚੋਰ ਨਹੀਂ, ਕੋਈ ਡਾਕੂ ਨਹੀਂ, ਕੋਈ ਲਟੇਰਾ ਨਹੀਂ, ਸਾਨੂੰ ਕੋਈ ਨੁਕਸਾਨ ਤਾਂ ਨਹੀਂ ਸਮਾਜ ਪਹੁੰਚਾ ਰਿਹਾ, ਵਧੀਆ ਬੰਦਾ ਬਸ। ਇਹ ਤਾਂ ਆਪ ਨੂੰ ਹੀ ਲਾਭ ਹੈ ਜੇ ਅਸੀਂ ਜੇ ਉਸੇ ਤਰ੍ਹਾਂ ਅਸਲੀ ਸਰੂਪ 'ਚ ਰਹਾਂਗੇ ਤਾਂ, ਹੋਰ ਕੋਈ ਗੱਲ ਨਹੀਂ ਅਸੀਂ। ਸੋ ਗੁਰੂ ਮਹਾਰਾਜ ਕੇ ਤ੍ਰਿਵਰਣ ਵੇਦਿਆ ਆਪ ਮੁਰਾਰ, ਪਰਮਾਤਮਾ ਨੇ ਤਿੰਨਾਂ ਭਵਨਾਂ ਨੂੰ ਵਿੰਨ ਕੇ ਰੱਖਿਆ, ਪਾ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨੇ ਅੰਮ੍ਰਿਤ ਰਸ ਪੀਜੈ। ਹੇ ਮੇਰੇ ਮਨਾ ਤੂੰ ਭਰਮ ਨਾ ਕਰ। ਮਨ ਮਾਨਿਆ, ਜਦੋਂ ਤੇਰਾ ਮਨ ਪਰਮਾਤਮਾ ਨੂੰ ਮੰਨ ਜਾਵੇਗਾ। ਕਈ ਵਾਰੀ ਆਪਾਂ ਨੂੰ ਕੋਈ ਕਹਿੰਦਾ ਅੰਮ੍ਰਿਤ ਛਕ ਲਓ ਜੀ, ਆਪਣਾ ਮਨ ਨਹੀਂ ਮੰਨਦਾ। ਜੇ ਮਨ ਨਾ ਮੰਨੇ ਨਹੀਂ ਛਕਣਾ ਚਾਹੀਦਾ, ਕਿਉਂ? ਫਿਰ ਬੰਦਾ ਨਹੀਂ ਤਾਂ ਛੱਡ ਦੇਗਾ। ਜਦੋਂ ਅਗਰ ਮਨ ਤੁਹਾਡਾ ਨਹੀਂ ਮੰਨ ਰਿਹਾ ਪਰ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਅੰਮ੍ਰਿਤ ਛਕਣਾ ਚਾਹੀਦਾ ਹੈ, ਪਰ ਮਨ ਨਹੀਂ ਮੰਨ ਰਿਹਾ, ਫਿਰ ਅਰਦਾਸ ਕਰਨੀ ਚਾਹੀਦੀ ਗੁਰਦੁਆਰਾ ਸਾਹਿਬ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੇਰਾ ਵੀ ਮਨ ਮੰਨ ਜਾਵੇ। ਫਿਰ ਕਦੇ ਨਾ ਕਦੇ ਗੁਰੂ ਵਾਲੇ ਕਿਰਪਾ ਕਰ ਦੇਣਗੇ। ਉਹ ਕਿਰਪਾ ਵੀ ਵਾਕਈ ਸੱਚੇ ਦਿਲੋਂ ਕਹਿੰਦਾ। ਕਈ ਕੰਮਾਂ ਨੂੰ ਹਾਲਾਂਕਿ ਸ਼ੁਭ ਕਰਮ ਹੁੰਦੇ ਗੁਰਬਾਣੀ ਅਨੁਸਾਰ, ਪਰ ਉਹ ਸਾਡਾ ਮਨ ਨਹੀਂ ਮੰਨ ਰਿਹਾ ਹੁੰਦਾ। ਅਤੇ ਜੇ ਮਨ ਨਾ ਮੰਨੇ ਤਾਂ ਆਪਾਂ ਕੰਮ ਕਰਾਂਗੇ ਵੀ ਤਾਂ ਫਿਰ ਉਹਨੂੰ ਦਿਲ ਲਾ ਕੇ ਨਹੀਂ ਕਰਾਂਗੇ, ਉਹ ਠੂ ਠੱਪ ਕਰਾਂਗੇ। ਇਸ ਲਈ ਮਨ ਦਾ ਮੰਨਣਾ ਜ਼ਰੂਰੀ ਹੁੰਦਾ। ਤਾਂ ਹੀ ਗੁਰਬਾਣੀ ਮਨ ਮਾਨਿਆ ਤਉ ਹਰਿ ਜਾਣਿਆ। ਜੇ ਮਨ ਮੰਨਿਆ ਤਾਂ ਤਾਂ ਹੀ ਉਹਨੂੰ ਜਾਣਿਆ। ਜੇ ਮਨ ਹੀ ਨਹੀਂ ਮੰਨਦਾ, ਮੈਂ ਕਹਿੰਦਾ ਨਹੀਂ ਕੋਈ ਰੱਬ ਰੂਪ ਨਹੀਂ ਹੈ, ਮੇਰਾ ਮਨ ਹੀ ਨਹੀਂ ਮੰਨ ਰਿਹਾ, ਫਿਰ ਕਿਵੇਂ ਉਹਨੂੰ ਜਾਣਾਂਗਾ ਮੈਂ ਤਾਂ ਫਿਰ ਨਾਮ ਜਪਾਂਗੀ ਨਹੀਂ ਉਹਦਾ,
ਕਿ ਮੇਰਾ ਮਨ ਕਹਿੰਦਾ ਰੱਬ ਤਾਂ ਹੈ ਹੀ ਨਹੀਂ ਹੈ, ਇਹ ਤਾਂ ਐਵੇਂ ਹੀ ਕਹੀ ਜਾਂਦੇ ਨੇ। ਰੱਬ ਨੂੰ ਕਦੋਂ ਅਸੀਂ ਮੰਨਾਂਗੇ? ਜਦੋਂ ਸਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਹੋਵੇਗਾ। ਮੰਨ ਲਓ ਮੈਨੂੰ ਗੁਰੂ 'ਤੇ ਵਿਸ਼ਵਾਸ ਹੈ, ਗੁਰੂ ਮਹਾਰਾਜ ਜੋ ਕਹਿੰਦੇ ਨੇ ਠੀਕ ਕਹਿੰਦੇ ਨੇ, ਫਿਰ ਮੈਂ ਮੰਨ ਜਾਵਾਂਗਾ ਵੀ ਹਾਂ ਗੁਰੂ ਮਹਾਰਾਜ ਕਹਿੰਦੇ ਭਾਈ ਰੱਬ ਹੈਗਾ। ਬਸ ਬਹੁਤ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ ਨਹੀਂ ਹੁੰਦੀਆਂ, ਪਰ ਅਸੀਂ ਮੰਨਦੇ ਹਾਂ। ਅਸੀਂ ਕੋਈ ਗਰੰਟੀ ਨਾਲ ਇਹ ਨਹੀਂ ਕਹਦੇ ਇਹ ਮੇਰਾ ਬਾਪ ਹੈ, ਕੋਈ ਗਰੰਟੀ ਨਾਲ ਨਹੀਂ ਕਹਦੇ ਮੇਰਾ ਬਾਪ ਹੈ, ਪਰ ਆਪਾਂ ਮੰਨ ਲਿਆ। ਜੇ ਅਸੀਂ ਪੈਦਾ ਹੋਏ, ਮਾਂ ਨੇ ਕਿਹਾ ਤੇਰਾ ਡੈਡੀ ਹੈ, ਅਸੀਂ ਮੰਨ ਲਿਆ। ਬਸ ਸਾਡੇ ਕੋਲ ਸਬੂਤ ਤਾਂ ਕੋਈ ਨਾ ਵੀ ਸਾਡਾ ਬਾਪ ਹੈ। ਮਾਂ ਨੇ ਕਿਹਾ, ਵੱਡਿਆਂ ਨੇ ਕਿਹਾ ਵੀ ਤੇਰਾ ਪਿਤਾ ਹੈ, ਅਸੀਂ ਇਸ ਗੱਲ ਨੂੰ ਮੰਨ ਲਿਆ। ਹੁਣ ਗੁਰੂ ਮਹਾਰਾਜ ਰੱਬ ਹੈ, ਬਸ ਗੱਲ ਖਤਮ, ਅਸੀਂ ਮੰਨ ਲਿਆ। ਜੇ ਅਸੀਂ ਇਹ ਮੰਨ ਸਕਦੇ ਹਾਂ ਕਿ ਫਲਾਣਾ ਸਾਡਾ ਪਿਤਾ ਹੈ, ਤਾਂ ਫਿਰ ਸਾਨੂੰ ਇਹ ਮੰਨਣ 'ਚ ਕੀ, ਜਦੋਂ ਇਹ ਮੰਨਣ 'ਚ ਕੀ ਹਰਜ ਹੈ ਵੀ ਰੱਬ ਹੈ। ਸੋ ਇਹ ਸੁਣੋ, ਗੁਰੂ ਮਹਾਰਾਜ ਕਦੇ ਪਰਮਾਤਮਾ ਹੈ, ਬਸ ਹੈ, ਫਿਰ ਤਾਂ ਅਸੀਂ ਹੈਗੇ ਸਿੱਖ। ਅਤੇ ਜੇ ਸਾਨੂੰ ਆਪਣੇ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਹੀਂ, ਅਤੇ ਫਿਰ ਅਸੀਂ ਸਿੱਖ ਨਹੀਂ ਕਹਿਲਾ ਸਕਦੇ। ਸ਼ਕਲ ਸੂਰਤ ਦੇ ਭਾਵੇਂ ਪਏ ਹੋਈਏ। ਇਹ ਤਾਂ ਗੁਰੂ ਮਹਾਰਾਜ ਕਹਿੰਦੇ ਮਨ ਮਾਨੇ ਅੰਮ੍ਰਿਤ ਰਸ ਪੀਜੈ। ਜਦੋਂ ਮਨ ਜਾਏਗਾ ਨਾ, ਮਨ ਫਿਰ ਇਹ ਨਾਮ ਰਸ ਨੂੰ ਪੀਵੇਗਾ। ਅੰਮ੍ਰਿਤ ਰਸ, ਨਾਮ ਰਸ, ਫਿਰ ਉਹਨੂੰ ਨਾਮ ਜਪਣ ਦੇ ਵਿੱਚ ਰਸ ਆਵੇਗਾ। ਕਿਸੇ ਵੀ ਕੰਮ 'ਚ ਸਾਨੂੰ ਰਸ ਆਵੇ, ਸਵਾਦ ਆਵੇ, ਅਸੀਂ ਉਸ ਨੂੰ ਲੱਗੇ ਰਹਿੰਦੇ ਹਾਂ। ਜਦੋਂ ਬਾਣੀ ਪੜ੍ਹਦਿਆਂ ਵਿੱਚ ਸਵਾਦ ਆਵੇ, ਰਸ ਆਵੇ ਕੋਈ, ਆਪਾਂ ਬਾਣੀ ਘੰਟਿਆਂ ਬੱਧੀ ਪੜ੍ਹਦੇ ਰਹਿੰਦੇ। ਕਦੇ ਵੀ ਤੁਸੀਂ ਬਾਣੀ ਅਰਥਾਂ ਸਮੇਤ ਪੜ੍ਹਨ ਦੀ ਕੋਸ਼ਿਸ਼ ਕਰਿਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿੰਨਾ ਸਮਾਂ ਹੋ ਗਿਆ ਮੈਨੂੰ ਪੜ੍ਹਦੇ ਹੋਏ। ਕਿਉਂ? ਉਹ ਤੁਹਾਨੂੰ ਗੱਲ ਸਮਝ ਆ ਰਹੀ ਹੈ, ਤੁਸੀਂ ਉਸ ਵਿੱਚ ਹੀ ਰੁੱਝੇ ਰਹੋਗੇ। ਜਾਪ ਸਾਹਿਬ ਪੜ੍ਹੋਗੇ, ਸਮਝ ਹੀ ਕੁਛ ਨਹੀਂ ਆ ਰਿਹਾ, ਕੁਛ ਨਹੀਂ ਆ ਰਿਹਾ, ਕੀ ਕਹਿ ਰਹੇ ਨੇ। ਠੀਕ ਹੈ, ਆਪਾਂ ਪੜ੍ਹ ਰਹੇ ਹਾਂ, ਬਸ ਸਾਨੂੰ ਬਾਣੀ ਪੜ੍ਹਨੀ ਆ ਗਈ, ਪਰ ਇਹ ਤਾਂ ਨਹੀਂ ਕੀ ਕਹਿ ਰਹੇ ਦਸਮ ਪਾਤਸ਼ਾਹ। ਨਾ ਸਵਈਆਂ 'ਚ ਕਿਸੇ ਨੂੰ ਸਮਝ ਆਏ, ਅਜੇ ਚੌਪਈ ਸਾਹਿਬ ਦੇ ਅੱਧੀ 'ਚ ਸਮਝ ਆ ਜਾਂਦੀ ਹੈ ਵੀ ਆਹ ਗੁਰੂ ਮਹਾਰਾਜ ਕਹਿ ਰਹੇ। ਨਾ ਸਵਈਆਂ ਦਾ ਪਤਾ ਲੱਗੇ ਕੀ ਕਹਿ ਰਹੇ ਨੇ, ਅਤੇ ਨਾ ਜਾਪ ਸਾਹਿਬ ਦਾ ਪਤਾ ਲੱਗੇ ਕੀ ਕਹਿ ਰਹੇ ਨੇ, ਪਰ ਫਿਰ ਵੀ ਆਪਾਂ ਪੜ੍ਹ ਰਹੇ। ਜੇ ਕਿਤੇ ਹਿੱਸੇ ਨੂੰ ਹੀ ਆਪਾਂ ਅਰਥਾਂ ਸਮੇਤ ਪੜ੍ਹੀਏ ਤਾਂ ਫਿਰ ਹੌਲੀ ਹੌਲੀ ਸਮਝ ਆਉਣ ਲੱਗ ਜਾਏਗੀ। ਅਤੇ ਜਦੋਂ ਅਰਥ ਆ ਗਏ, ਉਹਦੇ ਬਾਅਦ ਜਦੋਂ ਅਸੀਂ ਪਾਠ ਕਰਾਂਗੇ, ਫਿਰ ਸਾਨੂੰ ਜ਼ਿਆਦਾ ਆਨੰਦ ਆਵੇਗਾ। ਸਮਝ ਆਉਣਾ ਜ਼ਰੂਰੀ ਹੁੰਦਾ। ਸੋ ਜਦੋਂ ਮਨ ਮੰਨ ਜਾਂਦਾ ਨਾ, ਕਹਿੰਦੇ ਫਿਰ ਨਾਮ ਰਸ ਬੰਦਾ ਪੀਂਦਾ, ਉਹਨੂੰ ਇਸ ਦੇ ਵਿੱਚ ਰਸ ਆਉਂਦਾ। ਰਹੋ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ। ਨਜ਼ਰ ਜੱਜੇ ਦੇ ਪੈਰ 'ਚ ਬਿੰਦੀ, ਨਜ਼ਰ ਭਈ ਘਰ ਘਰ ਤੇ ਜਾਣੇ। ਜਨਮ ਜੀਤ, ਇਹ ਮਨੁੱਖਾ ਜੀਵਨ, ਇਹ ਬਾਜ਼ੀ ਹੈ, ਅਸੀਂ ਇੱਥੋਂ ਜਿੱਤ ਕੇ ਜਾਣਾ। ਇਸ ਬਾਜ਼ੀ ਨੂੰ ਕੌਣ ਜਿੱਤਦਾ? ਜਿਹੜਾ ਨਾਮ ਜਪ ਕੇ ਜਾਂਦਾ। ਜਿਹੜਾ ਨਾਮ ਨਹੀਂ ਜਪਦਾ, ਧਰਮ ਅਨੁਸਾਰ ਮਨੁੱਖਾ ਜਿਹੜਾ ਬਾਜ਼ੀ ਹੈ, ਇਹ ਹਾਰ ਕੇ ਜਾਂਦਾ ਹੈ। ਜਿਹੜਾ ਨਾਮ ਜਪਦਾ ਹੈ, ਇਹ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਜਾਂਦਾ ਹੈ। ਅਸੀਂ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਜਿੱਤਣਾ ਹੈ। ਜਦੋਂ ਜਿੱਤ ਲਿਆ, ਮਰਨ ਮਨ ਮਾਨੇ, ਫਿਰ ਸਾਨੂੰ ਮੌਤ ਦਾ ਕੋਈ ਡਰ ਨਹੀਂ ਲੱਗਦਾ। ਫਿਰ ਸਾਨੂੰ ਪਤਾ ਹੈ ਵੀ ਅਸੀਂ ਕਿਹੜਾ ਮਰਨਾ ਹੈ, ਅਸੀਂ ਤਾਂ ਸਿਰਫ ਸਰੀਰ ਤਿਆਗਣਾ, ਅਸੀਂ ਤਾਂ ਹਮੇਸ਼ਾ ਹੀ ਹਾਂ। ਫਿਰ ਮਨੁੱਖ ਆਪਣੇ ਆਪ ਨੂੰ ਸਰੀਰ ਨਹੀਂ ਸਮਝਦਾ, ਆਪਣੇ ਆਪ ਨੂੰ ਆਤਮਾ ਸਮਝਦਾ। ਅਤੇ ਆਤਮਾ ਮਰਦੀ ਨਹੀਂ, ਹਮੇਸ਼ਾ ਰਹਿੰਦੀ ਹੈ। ਮਰਦਾ ਸਰੀਰ ਵੀ ਨਹੀਂ, ਇਹ ਤਾਂ ਆਤਮਾ ਜਦੋਂ ਵਿੱਚੋਂ ਨਿਕਲ ਜਾਂਦੀ, ਸਰੀਰ ਕੰਮ ਕਰਨੋਂ ਹਟ ਜਾਂਦਾ। ਹੋਰ ਕੀ ਹੈ? ਜਦੋਂ ਜਿਹਨੂੰ ਆਪਾਂ ਕਹਿੰਦੇ ਬੰਦਾ ਮਰ ਗਿਆ, ਹੱਥੋਂ ਸਾਰੇ ਉਹਦੇ ਹੁੰਦੇ ਨੇ, ਪੈਰ ਵੀ ਹੁੰਦੇ ਨੇ, ਅੱਖਾਂ ਵੀ ਹੁੰਦੀਆਂ, ਨੱਕ ਵੀ ਹੁੰਦਾ, ਮੂੰਹ ਵੀ ਹੁੰਦਾ, ਸਾਰਾ ਹੁੰਦਾ, ਅੰਗ ਸਾਰੇ ਹੁੰਦੇ ਨੇ, ਪਰ ਕੋਈ ਹਿਲ ਜੁਲ ਨਹੀਂ ਰਿਹਾ, ਕਿਉਂਕਿ ਜਿਸ ਕਾਰਨ ਇਹ ਸਰੀਰ ਨੇ ਹਿਲਣਾ ਜੁਲਣਾ ਸੀ, ਉਹ ਵਿੱਚੋਂ ਨਿਕਲ ਗਿਆ ਹੈ। ਉਹ ਹੈ ਆਤਮਾ। ਅਸੀਂ ਆਤਮਾ ਹਾਂ।
ਧਰਮ ਕਹਿੰਦਾ ਇਹ ਸਰੀਰ ਤੇ ਤੁਸੀਂ ਉੱਤੇ ਕੱਪੜੇ ਪਾਏ ਹੋਏ ਨੇ, ਤੁਸੀਂ ਆਤਮਾ ਦੇ ਉੱਤੇ ਜਿਹੜੇ ਕੱਪੜੇ ਪਾਏ ਨੇ ਇਹਨੂੰ ਕਹਿੰਦੇ ਨੇ ਸਰੀਰ। ਤੁਸੀਂ ਵਿੱਚੋਂ ਨਿਕਲ ਗਏ ਹੋ ਬਸ। ਇਹਨਾਂ ਜਿਹੜੇ ਕੱਪੜੇ ਜਿਹਨੂੰ ਸਰੀਰ ਕਹਿੰਦੇ ਨੇ ਇਹਨੂੰ ਫੂਕੀ ਜਾਓ, ਸੜ ਜੋ ਮਰਜੀ ਵੱਢੀ ਜਾਓ, ਟੁੱਕੀ ਜਾਓ, ਕੋਈ ਅਸਰ ਨਹੀਂ। ਫਿਰ ਮਨੁੱਖ ਨੂੰ ਮੌਤ ਦੀ ਵੀ ਸਮਝ ਆ ਜਾਂਦੀ। ਜਦੋਂ ਜੀਵਨ ਦੀ ਬਾਜ਼ੀ ਨੂੰ ਨਾਮ ਜਪ ਜਪ ਕੇ ਜਿੱਤ ਲੈਂਦੇ ਨਾ, ਫਿਰ ਮੌਤ ਤੋਂ ਵੀ ਉਹ ਨਹੀਂ ਡਰਦਾ। ਉਹਨੂੰ ਪਤਾ ਹੈ ਕਿ ਮੈਂ ਸਰੀਰ ਹੈ ਹੀ ਨਹੀਂ, ਮੈਂ ਤੇ ਆਤਮਾ ਤੇ ਅਮਰ ਹੈ, ਮੈਂ ਤੇ ਉੱਤੇ ਸਰੀਰ ਪਾਇਆ ਆਪਣੇ ਤੇ। ਜਿਵੇਂ ਸੱਪ ਦੇ ਉੱਤੇ ਕੁੰਜ ਹੁੰਦੀ ਹੈ, ਉਹ ਕੁੰਜ ਲਾ ਦਿੰਦਾ, ਸੱਪ ਤੇ ਉਸੇ ਤਰ੍ਹਾਂ ਹੀ ਹੈ। ਉਹਨੇ ਕੁੰਜ ਲਾਤੀ, ਸੱਪ ਤੇ ਉਸੇ ਤਰ੍ਹਾਂ ਹੀ ਹੈ। ਜਦੋਂ ਆਤਮਾ ਇਸ ਸਰੀਰ ਨੂੰ ਉੱਪਰੋਂ ਲਾਹੁੰਦੀ, ਵਿੱਚੋਂ ਨਿਕਲ ਜਾਂਦੀ, ਆਤਮਾ ਦੇ ਹੈ ਬਸ ਇਹ ਸਰੀਰ ਜਿਹਨੂੰ ਐ ਸਮਝੋ ਸੱਪ ਦੀ ਕੁੰਜ ਵਾਂਗੂ ਬੇਜਾਨ ਪਿਆ ਰਹਿੰਦਾ। ਮਨੁੱਖ ਨੂੰ ਫਿਰ ਹੁੰਦਾ ਕਿ ਮੈਂ ਨਹੀਂ ਮਰਦਾ, ਮੈਂ ਤੇ ਸਦਾ ਹੀ ਹਾਂ। ਇਹ ਤੇ ਸਰੀਰ ਨੂੰ ਮੈਂ ਤਿਆਗਿਆ ਹੈ, ਮੈਂ ਮਰਿਆ ਨਹੀਂ, ਮੈਂ ਸਰੀਰ ਤਿਆਗਿਆ ਹੈ। ਤਿਆਗ ਤੇ ਛੱਡਤਾ ਬਸ, ਵੀ ਬਸ ਹੁਣ ਨਹੀਂ ਮੈਂ ਇਹ ਸਰੀਰ 'ਚ ਰਹਿਣਾ, ਮੈਂ ਤਾਂ ਹੁਣ ਹੋਰ 'ਚ ਚੱਲਿਆ। ਇਸੇ ਲਈ ਬ੍ਰਹਮ ਗਿਆਨੀ ਜੇ ਚਾਹੁਣ ਜਦੋਂ ਮਰਜ਼ੀ ਇਹ ਸਰੀਰ ਨੂੰ ਛੱਡ ਸਕਦੇ ਨੇ। 9 ਸਾਲ ਦੇ ਨੇ ਬਾਬਾ ਟਾਲ ਰਾਏ ਜੀ, ਪਰ ਜੰਮਦੇ ਬ੍ਰਹਮ ਗਿਆਨੀ ਨੇ 6ਵੇਂ ਪਾਤਸ਼ਾਹ ਦੇ ਸਪੁੱਤਰ। ਉਹਨਾਂ ਨੇ ਮਰੇ ਹੋਏ ਆਪਣੇ ਦੋਸਤ ਮੋਹਨ ਨੂੰ ਜਿਉਂਦਾ ਕਰਤਾ। ਗੁਰੂ ਮਹਾਰਾਜ ਨਾਰਾਜ਼ ਹੋ ਗਏ, ਕਹਿੰਦੇ ਕਾਕਾ ਜੋ ਵੀ ਮਰ ਜਾ ਕਰੇਗਾ ਔਰ ਸਾਡੇ ਬੂਹੇ 'ਚ ਲੈ ਆਇਆ ਕਰਨਗੇ, ਇਹਨੂੰ ਜਿਉਂਦਾ ਕਰੋ ਜੀ। ਤੂੰ ਕਿਹਨੂੰ ਜਿਉਂਦਾ ਕਰੇਗਾ? ਤੂੰ ਤੇ ਵਕਤ ਖੜਾ ਕਰ ਲੇਗਾ ਸਾਡੇ ਲਈ ਵੀ ਅਤੇ ਆਪਣੇ ਲਈ ਵੀ। ਤੂੰ ਬਹੁਤ ਮਾੜਾ ਕੀਤਾ। ਕਹਿ ਫਿਰ ਦੱਸੋ ਕੀ ਕਰਾਂ? ਕਹਿੰਦੇ ਆਪਣੇ ਦੋਸਤ ਨੂੰ ਦੁਬਾਰਾ ਮਾਰ। ਉਹ ਕੁਦਰਤ ਦੇ ਹੁਕਮ ਨਾਲ ਮਰਿਆ ਸੀ, ਤੇਰੇ ਹੁਕਮ ਨਾਲ ਨਹੀਂ ਸੀ ਮਰਿਆ। ਜੇ ਤੇਰੇ ਹੁਕਮ ਨਾਲ ਮਰਦਾ, ਦੁਨੀਆ ਦੀ ਕੋਈ ਤਾਕਤ ਉਹਨੂੰ ਜਿਉਂਦੇ ਨਹੀਂ ਸੀ ਕਰ ਸਕਦੀ। ਜਿਹੜਾ ਸਾਧੂ ਦੇ ਹੁਕਮ ਨਾਲ ਮਰ ਜੇ ਨਾ, ਕੋਈ ਦੁਨੀਆ ਦੀ ਤਾਕਤ ਉਹਨੂੰ ਜਿਉਂਦਾ ਨਹੀਂ ਕਰ ਸਕਦੀ। ਜਿਹੜਾ ਪਰਮਾਤਮਾ ਦੇ ਹੁਕਮ ਨਾਲ ਮਰੇ, ਸਾਧੂ ਨੂੰ ਜਿਉਂਦਾ ਕਰ ਸਕਦਾ ਹੈ। ਪਰ ਪਰਮਾਤਮਾ ਕਹਿੰਦਾ ਜਿਹੜਾ ਸਾਧ ਜੋ ਕਰ ਦੇਗਾ ਉਹਨੂੰ ਨਹੀਂ ਮੈਂ ਚੇਂਜ ਕਰ ਸਕਦਾ। ਜਿਵੇਂ ਗੁਰੂ ਨਾਨਕ ਦੇਵ ਜੀ ਮਜਨੂ ਦੇ ਟਿੱਲੇ 'ਤੇ ਗਏ, ਉੱਥੇ ਠਹਿਰੇ ਨੇ। ਸਵੇਰੇ ਸਵੇਰੇ ਨਾ ਵਿਰਲਾਪ ਹੋਣ ਲੱਗ ਪਿਆ ਹੈ। ਗੁਰੂ ਮਹਾਰਾਜ ਸਿਮਰਨ ਕਰ ਅਸੀਂ, ਵਿਘਨ ਪੈ ਗਿਆ ਹੈ। ਥੋੜ੍ਹੇ ਦਿਨ ਚੜ੍ਹਿਆ, ਕਹਿੰਦੇ ਮਰਦਾਨਾ ਜੀ ਪਤਾ ਕਰਕੇ ਲੋਕ ਕਿਉਂ ਰੋ ਰਹੇ ਨੇ? ਕਹਿ ਜੀ ਜਿਹੜਾ ਹਾਥੀ ਇਹਨਾਂ ਕੋਲ ਸੀ, ਉਹੀ ਇਹਨਾਂ ਦੀ ਕਮਾਈ ਦਾ ਸਾਧਨ ਸੀ, ਉਹ ਮਰ ਗਿਆ ਹੈ। ਇਸ ਲਈ ਵਿਚਾਰੇ ਰੋ ਰਹੇ ਵੀ ਅਸੀਂ ਹੁਣ ਰੋਟੀ ਪਾਣੀ ਕਿਵੇਂ ਖਾਵਾਂਗੇ, ਕਮਾਈ ਦਾ ਸਾਧਨ ਤਾਂ ਸਾਡਾ ਮਰ ਗਿਆ ਹੈ। ਗੁਰੂ ਮਹਾਰਾਜ ਨੂੰ ਅੱਗੀ ਦਇਆ, ਚਲੇ ਗਏ। ਕਹਿੰਦੇ ਭਾਈ ਕੀ ਹੋ ਗਿਆ? ਕਹਿ ਜੀ ਗੱਲ ਹੈ, ਇਹ ਹਾਥੀ ਸਾਡੀ ਕਮਾਈ ਦਾ ਸਾਧਨ ਸੀ, ਇਹ ਮਰ ਗਿਆ ਸੀ ਤਾਂ ਰੋ ਰਿਹਾ ਵੀ ਹੁਣ ਰੋਟੀ ਅਸੀਂ ਕਿਵੇਂ ਖਾਵਾਂਗੇ। ਗੁਰੂ ਮਹਾਰਾਜ ਕਹਿੰਦੇ ਨਹੀਂ ਮਰਿਆ ਨਹੀਂ, ਉਂਝ ਹੀ ਬੇਹੋਸ਼ ਹੋਇਆ, ਪਾਣੀ ਛਿੜਕੋ ਇਸ 'ਤੇ। ਉਹ ਪਾਣੀ ਛਿੜਕਿਆ, ਉਹ ਜਿਉਂਦਾ ਹੋ ਗਿਆ। ਜਿਉਂਦਾ ਹੋ ਗਿਆ, ਹੌਲੀ ਹੌਲੀ ਦਿੱਲੀ ਦੇ ਰਾਜੇ ਨੂੰ ਪਤਾ ਲੱਗ ਗਿਆ। ਉਹਨੇ ਗੁਰੂ ਮਹਾਰਾਜ ਸੱਦਿਆ, ਉਹ ਹਾਥੀ ਵੀ ਵਾਲੇ ਨੂੰ ਸੱਦ ਲਿਆ ਜਾਵੇ। ਕਹਿੰਦੇ ਇਸ ਨੂੰ ਤੁਸੀਂ ਜਿਉਂਦੇ, ਇਸ ਨੂੰ ਤੁਸੀਂ ਮਾਰਿਆ? ਗੁਰੂ ਮਹਾਰਾਜ ਇਸ ਨੂੰ ਪਰਮਾਤਮਾ ਨੇ ਮਾਰਿਆ, ਮੈਂ ਇਹਨੂੰ ਜਿਉਂਦਿਆਂ ਕਰਤਾ। ਕਹਿੰਦੇ ਇਹਨੂੰ ਫਿਰ ਮਾਰੋ। ਕਹਿੰਦੇ ਹਾਥੀ ਮਰ ਜਾਓ। ਹਾਥੀ ਮਰ ਗਿਆ। ਕਹਿੰਦੇ ਹੁਣ ਇਸ ਨੂੰ ਜਿਉਂਦਿਆਂ ਕਰੋ। ਕਹਿੰਦੇ ਹੁਣ ਦੁਨੀਆ ਦੀ ਕੋਈ ਤਾਕਤ ਇਸ ਨੂੰ ਜਿਉਂਦਿਆਂ ਨਹੀਂ ਕਰ ਸਕਦੀ। ਪਰਮਾਤਮਾ ਨੇ ਮਾਰਿਆ ਸੀ, ਮੈਂ ਜਿਉਂਦਿਆਂ ਕਰਤਾ, ਹੁਣ ਮੈਂ ਮਾਰਤਾ, ਸੰਸਾਰ ਦੀ ਕੋਈ ਤਾਕਤ ਇਸ ਨੂੰ ਜਿਉਂਦਿਆਂ ਨਹੀਂ ਕਰ ਸਕਦੀ। ਬਸ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਦਾ ਛੂਟੈ ਮੋਹਿ। ਦੇਖੋ ਪਰਮਾਤਮਾ ਦੀ ਕਿੰਨੀ ਗ੍ਰੇਟਨੈਸ ਹੈ ਕਿ ਉਹਨੇ ਆਪਣੇ ਭਗਤ ਨੂੰ ਆਪਣੇ ਤੋਂ ਵੀ ਵੱਧ ਸ਼ਕਤੀਆਂ ਦੇ ਕੇ ਤੋਰਿਆ ਹੈ। ਕਹਿੰਦੇ ਜੇ ਮੈਂ ਕਿਸੇ ਨੂੰ ਸਜ਼ਾ ਦਿੱਤੀ ਹੈ, ਤੂੰ ਮੁਆਫ ਕਰ ਸਕਦਾ, ਪਰ ਜੇ ਤੂੰ ਕਿਸੇ ਨੂੰ ਸਜ਼ਾ ਦੇਗਾ, ਪਰਵਾਹ ਕੇ ਮੈਂ ਨਹੀਂ ਮੁਆਫ ਕਰਦਾ। ਕ੍ਰਿਸ਼ਨ ਮਹਾਰਾਜ ਦੇ ਮੁੰਡੇ ਨੇ ਅਤੇ ਦੂਜੇ ਮੁੰਡੇ ਰਲ ਕੇ ਦੁਰਵਾਸਾ ਰਿਸ਼ੀ ਨੂੰ ਮਖੌਲ ਕੀਤਾ।
ਦੁਰਵਾਸਾ ਰਿਸ਼ੀ ਨੇ ਸ਼ਰਾਪ ਦਿੱਤਾ, ਕਹਿੰਦੇ ਇਸ ਦੇ ਪੇਟ 'ਚ ਉਹ ਪੈਦਾ ਹੋਵੇਗਾ ਤੁਹਾਡੇ ਖਾਨਦਾਨ ਦਾ ਨਾਸ਼ ਕਰੇਗਾ। ਰੰਗ ਉੱਡ ਗਏ। ਕ੍ਰਿਸ਼ਨ ਮਹਾਰਾਜ ਕੋਲ ਆ ਗਏ, ਕਹਿੰਦੇ ਕੀ ਗੱਲ ਹੋਏ, ਰੰਗ ਉੱਡੇ ਨੇ, ਕੀ ਕੀਤਾ? ਕਹਿੰਦੇ ਜੀ ਆਹ ਗੱਲ। ਉਹ ਕਹਿੰਦੇ ਮੂਰਖੋ, ਮੈਨੂੰ ਤਾਂ 3 ਦਿਨ ਹੋ ਗਏ ਉਹਨਾਂ ਦੇ ਚਰਨ ਧੋਂਦੇ ਆ, ਲੰਗਰ ਛਕਾਉਂਦੇ ਆ, ਤੁਸੀਂ ਸ਼ਰਾਪ ਲੈ ਆਇਓ। ਕਹਿ ਜੀ ਉਹ ਤਾਂ ਤੁਹਾਡਾ ਚੇਲਾ ਹੈ। ਕਹਿੰਦੇ ਇਹ ਪਰਮਾਤਮਾ ਦਾ ਅਸੂਲ ਹੈ ਕਿ ਪਰਮਾਤਮਾ ਜੇ ਕਿਸੇ ਨੂੰ ਸਜ਼ਾ ਦੇਵੇ, ਉਹਦਾ ਚੇਲਾ ਭਗਤ ਉਹ ਸਜ਼ਾ ਮਾਫ਼ ਕਰ ਸਕਦਾ, ਪਰ ਜੋ ਭਗਤ ਕਰਦੇ ਉਹਨੂੰ ਕੋਈ ਮਾਫ਼ ਨਹੀਂ ਕਰਦਾ। ਇਸ ਸ਼ਰਾਪ ਨੂੰ ਕੋਈ ਮਾਫ਼ ਨਹੀਂ ਹੁਣ ਕਰ ਸਕਦਾ। ਹੁਣ ਖਾਨਦਾਨ ਦਾ ਨਾਸ ਹੋਏਗਾ ਹੀ ਹੋ ਗਿਆ, ਅਤੇ ਹੋ ਗਿਆ। ਇਸ ਲਈ ਇੰਨੀ ਇਹ ਸ਼ਕਤੀ ਭਗਤ ਕਿਉਂ ਮਿਲੀ ਹੈ? ਨਾਮ ਜਪ ਜਪ ਕੇ ਮਿਲੀ ਹੈ। ਨਾਮ ਦੇ ਵਿੱਚ ਇੰਨੀ ਤਾਕਤ। ਗੁਰੂ ਨਾਨਕ ਦੇਵ ਨੇ ਇੱਕ ਨੇ ਪੁੱਛਿਆ ਵੀ ਰੱਬ ਤੋਂ ਇੱਕ ਵੱਡਾ ਹੈ? ਕਹਿੰਦੇ ਹਾਂ। ਉਹ ਬੜਾ ਹੈਰਾਨ ਹੋਇਆ, ਸੰਗਤ ਵੀ ਹੈਰਾਨ ਹੋਈ ਵੀ ਰੱਬ ਤੋਂ ਵੀ ਵੱਡਾ ਕੋਈ ਹੁੰਦਾ? ਕਹਿੰਦੇ ਰੱਬ ਤੋਂ ਵੱਡਾ ਕੌਣ ਹੈ? ਕਹਿੰਦੇ ਰੱਬ ਦਾ ਨਾਮ ਵੱਡਾ ਹੈ। ਨਾਮ ਨਾਲ ਤੁਸੀਂ ਰੱਬ ਨੂੰ ਵਸ ਕਰ ਸਕਦੇ ਹੋ। ਫਿਰ ਜਿਹਨੂੰ ਅਸੀਂ ਵਸ ਕਰ ਲਈਏ ਫਿਰ ਹੋਏ ਨਾ ਵੱਡੇ। ਨਾਮ 'ਚ ਇੰਨੀ ਤਾਕਤ ਹੈ, ਇਹ ਰੱਬ ਨੂੰ ਵਸ 'ਚ ਕਰ ਲੈਂਦਾ ਹੈ। ਇਸ ਲਈ ਨਾਮ ਰੱਬ ਤੋਂ ਵੀ ਵੱਡਾ ਹੈ। ਪਰ ਨਾ ਗਿਆਨ ਹੋਣ ਕਰਕੇ ਅਸੀਂ ਜ਼ਿੰਦਗੀ ਧੱਕੇ ਤੋੜੇ ਜਿਹੇ ਖਾਈ ਜਿਹਨੇ ਨਾਮ ਨਹੀਂ ਜਪਦੇ ਹੈਗੇ। ਨਾਮ ਨਹੀਂ ਜਪਦੇ। ਨਾਮ ਤਾਕਤ ਦੱਸੋ ਕਿੰਨੀਆਂ ਨੇ। ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਜਿਹਦੇ ਹੁਕਮ ਤੋਂ ਬਿਨਾਂ ਕਹਿੰਦੇ ਪੱਤਾ ਨਹੀਂ ਹਿਲਦਾ। ਤੁਸੀਂ ਉਸ ਨੂੰ ਵੀ ਨਾਮ ਜਪ ਜਾ ਕੇ ਵਸ 'ਚ ਕਰ ਸਕਦੇ ਹੋ। ਦੱਸੋ ਹੋਰ ਦੱਸੋ ਕੀ ਚਾਹੀਦਾ? ਅਤੇ ਜੇ ਤੁਸੀਂ ਪਰਮਾਤਮਾ ਨੇ ਵਸ ਕਰ ਲਿਆ ਤਾਂ ਉਹਦੀ ਦਾਤਾ ਤਾਂ ਆਪੇ ਹੀ ਆ ਗਈ। ਮੰਗਣ ਦੀ ਤਾਂ ਲੋੜ ਹੀ ਨਹੀਂ ਪੈਣੀ, ਦਾਤਾ ਹੀ ਤੁਹਾਡੇ ਕੋਲ ਆ ਗਿਆ ਹੈ। ਕੋਈ ਬੱਚਾ ਬਹੁਤ ਗਰੀਬ ਘਰ 'ਚ ਪੈਦਾ ਹੋ ਗਿਆ ਹੈ, ਕਿਸੇ ਕਰੋੜਪਤੀ ਦਾ ਕੋਈ ਬੱਚਾ ਹੀ ਨਹੀਂ ਹੈਗਾ। ਉਹਨੂੰ ਪਤਾ ਲੱਗਦਾ ਫਲਾਣਿਆਂ ਨੂੰ ਬੱਚੇ ਦੀ ਲੋੜ ਨਹੀਂ ਹੈ, ਜ਼ਿਆਦਾ ਹੋ ਗਏ। ਉਹਨਾਂ ਕੋਲ ਜਾਂਦਾ ਵੀ ਮੈਂ ਤੁਹਾਡੇ ਬੱਚੇ ਨੂੰ ਗੋਦ ਲੈਣ ਲਈ ਤਿਆਰ ਹਾਂ, ਜਿੰਨੇ ਤੁਹਾਨੂੰ ਪੈਸੇ ਚਾਹੀਦੇ ਮੈਂ ਦੇਣ ਲਈ ਤਿਆਰ ਹਾਂ। ਮੰਨ ਲਓ ਉਹ ਮੰਨ ਜਾਂਦੇ ਨੇ ਵੀ ਚੰਗਾ। ਉਹ ਡੇਟ ਨਿਸ਼ਚਿਤ ਕਰ ਲਈ, ਮੈਂ ਫਲਾਣੇ ਦੇ ਇੰਨੇ ਵਜੇ ਆਵਾਂਗਾ। ਉਹ ਕਾਰ ਲੈ ਕੇ ਆਏਗਾ ਵੱਡੀ ਸਾਰੀ, ਪਹਿਲੇ ਵਿੱਚ ਖਿਡੌਣੇ, ਗੁਬਾਰੇ, ਹੋਰ ਜੋ ਕੁਛ ਬੱਚੇ ਨੂੰ ਚੰਗੇ ਲੱਗਦੇ ਨੇ, ਕਾਰ ਫੁੱਲਾਂ ਨਾਲ ਸਜਾਈ ਹੋਵੇਗੀ, ਸਭ ਕੁਛ ਵਿੱਚ ਹੋਵੇਗਾ। ਬੱਚੇ ਨੂੰ ਬਿਠਾ ਕੇ ਬੜੇ ਪਿਆਰ ਨਾਲ ਲੈ ਕੇ ਜਾਣਗੇ। ਅੱਗੇ ਕੋਠੀ ਹੈ, ਨੌਕਰ ਚਾਕਰ ਨੇ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਦੇਖੋ ਭਾਵੇਂ ਗਰੀਬ ਘਰ 'ਚ ਪੈਦਾ ਹੋ ਗਿਆ ਪਰ ਅਮੀਰ ਘਰ ਦੇ ਚਲੇ ਗਿਆ, ਆਪਣੇ ਸਭ ਕੁਝ ਮਿਲ ਗਿਆ। ਐਂ ਜਦੋਂ ਪਰਮਾਤਮਾ ਸਾਨੂੰ ਮਿਲ ਜਾਏਗਾ, ਉਹਦੀਆਂ ਦਾਤਾਂ ਤਾਂ ਆਪੇ ਹੀ ਮਿਲ ਜਾਣਗੀਆਂ। ਇਸ ਲਈ ਜ਼ਿੰਦਗੀ ਧੱਕੇ ਖਾਣ ਦੀ ਲੋੜ ਨਹੀਂ ਹੈ। ਧੱਕੇ ਖਾਣੋਂ ਨਾਮ ਹੀ ਜਪੀ ਜਾਇਆ ਕਰੋ। ਜੇ ਉੱਠਦੇ ਬੈਠਦੇ ਤੁਰਦੇ ਫਿਰਦੇ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਇਹ ਸਭ ਕੁਛ ਹੌਲੀ ਹੌਲੀ ਠੀਕ ਹੋ ਜਾਏਗਾ। ਟਾਈਮ ਇਸ ਲਈ ਲੱਗਣਾ ਹੈ ਕਿ ਸਾਡੇ ਜੀਵਨ ਦੀ ਤਾਣੀ ਉਲਝੀ ਹੋਈ ਹੈ। ਰੀਲ ਹੈ ਧਾਗੇ ਵਾਲੀ, ਉਹ ਜੇ ਡਿੱਗ ਪਏ ਨਾ, ਕਈ ਵਾਰੀ ਮੈਂ ਦੇਖਿਆ ਧਾਗਾ ਉਲਝ ਜਾਂਦਾ, ਗੁੰਝਲਾਂ ਪੈ ਜਾਂਦੀਆਂ। ਉਹ ਕਾਫੀ ਦੇਰ ਲੱਗਦੀ ਉਹਨੂੰ ਸਿੱਧਿਆਂ ਕਰਨ ਦੇ, ਪਰ ਜੇ ਬੰਦਾ ਲੱਗਾ ਰਹੇ ਸਿੱਧਿਆਂ ਕਰ ਲੈਂਦੇ, ਸਿੱਧੇ ਕਰ ਲੈ। ਜੇ ਛੋਟੇ ਦੇ ਮੈਂ ਮੰਜੀ ਬੁਣਨੀ ਤਾਂ ਵਾਣ ਲਿਆਉਣਾ ਬਜ਼ਾਰੋਂ, ਉਹਦਾ ਹੁਣ ਪਹਿਲਾਂ ਪਿੰਨਾ ਬਣਾਉਣਾ ਪੈਂਦਾ ਸੀ। ਉਹ ਕਈ ਵਾਰੀ ਉਹ ਜੋ ਵਾਣ ਸਿੱਧਾ ਕਰਨਾ, ਰੱਸੀ ਦੂਜੀ ਕੁੱਤੇ ਦੀ ਖਿੱਚੀ ਜਾਣੀ, ਉਹ ਉਲਝ ਜਾਣਾ। ਕਿੰਨੀ ਦੇਰ ਉਹਨੂੰ ਲੱਗੇ ਰਹਿਣਾ ਸਿੱਧੇ ਕਰਕੇ, ਫਿਰ ਉਹਦਾ ਪਿੰਨਾ ਬਣਾਉਣਾ, ਉਸ ਤੋਂ ਬਾਅਦ ਮੰਜੀ ਬੁਣਨ ਲੱਗਣਾ। ਉਲਝੀ ਹੋਈ ਧਾਣੀ ਹੈ, ਉਹਨੂੰ ਥੋੜ੍ਹਾ ਟਾਈਮ ਲੱਗਦਾ। ਪਰ ਜੇ ਬੰਦਾ ਸੁਲਝਾਉਣ 'ਤੇ ਲੱਗ ਹੀ ਜਾਏ ਸੁਲਝ ਜਾਏਗੀ ਧਾਣੀ। ਇਸੇ ਤਰ੍ਹਾਂ ਬੰਦਾ ਲੱਗਾ ਰਹੇ। ਜੇ ਰੱਬ ਨਹੀਂ ਵੀ ਮਿਲੇਗਾ, ਮੰਨ ਲਓ ਰਿੱਧੀਆਂ ਸਿੱਧੀਆਂ ਦੇ ਮਿਲ ਜਾਣਗੀਆਂ। ਸਿੱਧੀ ਤੇ ਇੱਕ ਵੀ ਮਿਲ ਜਾਏ, ਸਾਰੀ ਉਮਰ ਦੀਆਂ ਰੋਟੀਆਂ ਹੈਗੀਆਂ, ਬਸ ਮਰਜ਼ੀ। ਨਾਲੇ ਤੁਸੀਂ ਸਾਧ ਕਹਾਓਗੇ, ਸੰਤ ਮਹਾਤਮਾ ਨੇ ਬੱਲੇ ਜੀ ਬੱਲੇ, ਬੱਲੇ ਜੀ ਬੱਲੇ, ਬੱਲੇ ਜੀ ਬੱਲੇ। ਨਾ ਕੋਈ ਖਾਣ ਦੀ ਕਮੀ, ਨਾ ਕੋਈ ਪਹਿਨਣ ਦੀ ਕਮੀ। ਇੱਕ ਹੀ 18 'ਚ ਜੇ ਇੱਕ ਸਿੱਧੀ ਵੀ ਮਿਲ ਜਾਏ, ਮੰਨ ਲਓ ਮੈਨੂੰ ਵਾਕ ਸਿੱਧੀ ਪ੍ਰਾਪਤ, ਜੋ ਮੈਂ ਬੋਲਦਾ ਉਹੀ ਸੱਚ ਹੋ ਜਾਏ। ਬਾਬਾ ਜੀ 5 ਲੜਕੀਆਂ ਨੇ ਜੀ, ਪੁੱਤਰ ਨਹੀਂ ਕੋਈ ਹੋ ਰਿਹਾ। ਅੱਛਾ, ਕੋਈ ਨਹੀਂ ਭਾਈ, ਅਗਲੇ ਸਾਲ ਤੁਹਾਡੇ ਘਰ ਪੁੱਤਰ ਹੋ ਜਾਏਗਾ।
ਹੁਣ ਵਾਕ ਸਿੱਧੀ ਹੈਗੀ, ਅਗਲੇ ਸਭ ਪੁੱਤਰ ਹੋ ਗਏ। ਉਹ ਅਮੀਰ ਬਹੁਤ ਹੈ, ਕਾਰ ਲੈਵੇਗਾ, ਲੋ ਬਾਬਾ ਜੀ ਤੁਹਾਨੂੰ ਕਾਰ ਦਿੱਤੀ, ਪਟਾਕ ਕੀਤੀ। ਹਾਂਜੀ ਬਸ ਇੱਕ ਸਿੱਧੀ ਮਿਲਣ ਦੀ ਦੇਰ ਹੈ, ਸਾਰੀ ਉਮਰ ਦੀ ਰੋਟੀਆਂ ਮੌਜ ਮੌਜ ਕਰੋ। ਹਾਂ, ਰੱਬ ਅਜੇ ਨਾਮ ਹੀ ਭਾਵੇਂ ਮਿਲਿਆ ਹੈ। ਜਦੋਂ ਬੱਦਲ ਚੜ੍ਹਦੇ ਨੇ, ਭਾਵੇਂ ਕਣੀਆਂ ਨਾ ਵੀ ਪੈਣ, ਹਵਾ ਠੰਡੀ ਜ਼ਰੂਰ ਚੱਲਦੀ ਹੈ। ਚੱਲਦੀ ਕਣੀਆਂ ਪੈ ਗਈਆਂ ਫਿਰ ਤਾਂ ਗੱਲ ਹੀ ਹੋਰ ਹੋ ਜਾਣੀ ਨੇ, ਪਰ ਜੇ ਹਵਾ ਵੀ ਠੰਡੀ ਲੱਗੀ ਚੰਗੀ ਲੱਗਦੀ ਨਾ, ਹਾਂ ਬਸ ਵਧੀਆ। ਇਸ ਤਰ੍ਹਾਂ ਚਾਹੇ ਰੱਬ ਨਾ ਵੀ ਮਿਲੇ, ਹੋਰ ਬਹੁਤ ਕੁਛ ਮਿਲ ਜਾਏਗਾ, ਹੋਰ ਹੀ ਬਹੁਤ ਕੁਛ ਮਿਲ ਜਾਣਾ ਹੈ। ਇਸ ਲਈ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਬਾਣੀ ਪੜ੍ਹਨ ਦਾ ਸ਼ੌਕ ਹੈ, ਬਾਣੀ ਪੜ੍ਹੀ ਜਾਓ। ਨਾਮ ਜਪਣ ਦਾ ਸ਼ੌਕ ਹੈ, ਨਾਮ ਜਪੀ ਜਾਓ। ਸਮਾਂ ਨਹੀਂ ਖਰਾਬ ਕਰੀਦਾ, ਇਹ ਸਮਾਂ ਬੜਾ ਕੀਮਤੀ ਹੈ, ਇਹਨੂੰ ਵਿਅਰਥ ਨਹੀਂ ਜਾਣ ਦੇਣਾ। ਨਹੀਂ ਤਾਂ ਫਿਰ ਬੁਢਾਪੇ ਜਾ ਕੇ ਅਫਸੋਸ ਹੁੰਦਾ ਹੈ, ਬੁਢਾਪੇ 'ਚ ਗੱਲ ਨਹੀਂ ਬਣਨੀ। ਮੈਨੂੰ ਆਪ ਪਤਾ, ਜਿੰਨਾ ਜਵਾਨੀ ਦੇ ਵਿੱਚ ਸਰੀਰ ਤਾਕਤ ਸੀ, ਮੈਂ 6-6 7-7 ਘੰਟੇ ਬੈਠਾ ਬਾਣੀ ਪੜ੍ਹਦਾ, ਮੈਨੂੰ ਪਤਾ ਨਹੀਂ ਲੱਗਦਾ ਰਾਤ ਦੇ 1 ਵਜ ਗਿਆ ਕਿ 2 ਵਜ ਗਿਆ ਹੈ। ਮਿਸਿਸ ਨੂੰ ਕਿਤੇ ਜਾਗ ਆਉਣੀ, ਉਹਨੇ ਕਿਹਾ ਤੁਸੀਂ ਸੁੱਤੇ ਨਹੀਂ ਹੈਗੇ ਵੀ ਸਵੇਰੇ ਸਕੂਲ ਵੀ ਜਾਣਾ ਹੈ। ਰੁਕੇ ਰੋ, ਐਨਰਜੀ ਬਹੁਤ ਹੁੰਦੀ ਸੀ। ਹੁਣ ਜੀ ਉਦੋਂ ਵੱਧ ਕਰਦਾ ਨਾਮ ਜਪਣ ਨੂੰ, ਹੁਣ ਜਪ ਹੀ ਨਹੀਂ ਹੁੰਦਾ। ਕਦੇ ਮੋਢਾ ਦੁਖਣ ਲੱਗ ਗਿਆ, ਕਦੇ ਕੁਛ ਦੁਖਣ ਲੱਗ ਗਿਆ, ਕਦੇ ਕੁਛ ਦੁਖਣ ਲੱਗ ਗਿਆ। ਬੰਦਾ ਹਾਏ ਹਾਏ ਕਰੇ, ਵਾਹਿਗੁਰੂ ਵਾਹਿਗੁਰੂ ਕਰੇ। ਸਮਾਂ ਲੰਘ ਜਾਣ ਤੋਂ ਬਾਅਦ ਫਿਰ ਅਫਸੋਸ ਹੁੰਦਾ ਹੈ। ਅਤੇ ਹਰ ਇੱਕ ਚੀਜ਼ ਦਾ ਸਮਾਂ ਹੁੰਦਾ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਸੋ ਜਿਹੜੇ ਜਵਾਨ ਬੱਚੇ ਬੈਠੇ ਬੈਠੇ ਹੋ, ਸਰੀਰ ਠੀਕ ਹੈ, ਬਿਮਾਰੀ ਜੇ ਕੋਈ ਨਹੀਂ ਲੱਗੀ ਅਤੇ ਟਾਈਮ ਹੈ, ਐਵੇਂ ਨਹੀਂ ਖਰਾਬ ਕਰਨਾ। ਇਹ ਬੜਾ ਕੀਮਤੀ ਸਮਾਂ ਹੈ, ਇਹ ਮੁੜ ਮੁੜ ਕੇ ਨਹੀਂ ਮਿਲਿਆ ਕਰਦਾ। ਇਹਦਾ ਵੱਧ ਤੋਂ ਵੱਧ ਲਾਭ ਉਠਾਉਣਾ, ਸ਼ੁਭ ਕੰਮ ਕਰਮ, ਤਾਂ ਜੋ ਕਿਸੇ ਨੂੰ ਕੋਈ ਤਕਲੀਫ ਹੀ ਨਾ ਹੋਵੇ ਸਾਡੇ ਕਿਸੇ ਕੰਮ ਦੀ, ਕੋਈ ਸਾਨੂੰ ਦੋ ਰਸੀਸ ਹੀ ਨਾ ਦੇਵੇ। ਸ਼ੁਭ ਕਰਮ ਕਰੀ ਜਾਓ, ਨਾਲ ਜਿੰਨਾ ਸਮਾਂ ਮਿਲੇ ਨਾਮ ਜਪੀ ਜਾਓ ਬਸ। ਸੋ ਗੁਰੂ ਮਹਾਰਾਜ ਕਹਿੰਦੇ ਨੇ, ਜਨਮ ਜੀਤ ਮਰਨ ਮਨ ਮਾਨਿਆ। ਜਦੋਂ ਅਸੀਂ ਮਨੁੱਖਾ ਜੀਵਨ ਦੀ ਬਾਜ਼ੀ ਜਿੱਤਣਾਂਗੇ ਨਾ, ਮਰਨ ਲਈ ਵੀ ਮਨ ਤਿਆਰ ਹੋ ਜਾਏਗਾ। ਫਿਰ ਇਹ ਮੌਤ ਤੋਂ ਨਹੀਂ ਡਰਦਾ, ਕਿਉਂ ਇਹਨੂੰ ਅਸਲੀਅਤ ਪਤਾ ਲੱਗਦੀ ਹੈ ਕਿ ਮੈਂ ਸਰੀਰ ਹੀ ਨਹੀਂ, ਮੈਂ ਤੇ ਆਤਮਾ, ਅਤੇ ਆਤਮਾ ਕਦੇ ਮਰਦੀ ਹੀ ਨਹੀਂ। ਗੱਲ ਖਤਮ। ਇਸ ਲਈ ਲੋਕਾਂ ਨੇ ਬੰਦ ਕਟਵਾ ਲਏ, ਚਰਖੜੀਆਂ 'ਤੇ ਚੜ੍ਹ ਗਏ, ਆਰਿਆਂ ਦਾ ਤਨ ਚਿਰਵਾ ਲਏ। ਹੁਣ ਨਹੀਂ ਚਿਰਵਾਏ। ਜਿਨ੍ਹਾਂ ਨੂੰ ਪਤਾ ਸੀ ਕਿ ਅਸੀਂ ਸਰੀਰ ਨਹੀਂ ਹਾਂ, ਇਹ ਵੱਧ ਸਰੀਰ ਨੂੰ ਟੁੱਕ ਸਕਦੇ ਨੇ, ਇਹ ਸਰੀਰ ਨੂੰ ਹੀ ਚੀਰ ਸਕਦੇ ਨੇ, ਇਹ ਸਰੀਰ ਨੂੰ ਹੀ ਅੱਗ ਲਾ ਸਕਦੇ ਨੇ। ਮੈਂ ਤੇ ਆਤਮਾ, ਮੇਰੇ ਤਾਂ ਕੋਈ ਵਿਗੜਦੇ ਨਹੀਂ, ਲੱਗੇ ਰਹੋ। ਉਹਨਾਂ ਨੇ ਸੀ ਵੀ ਨਹੀਂ ਕੀਤੀ ਹੈਗੀ। ਐਡੇ ਐਡੇ ਦੇਖਣ ਨੂੰ ਕਿੱਡੇ ਵੱਡੇ ਦੁੱਖ ਨੇ ਜੀ, ਪਰ ਨਹੀਂ, ਉਹ ਕਿਉਂਕਿ ਉਹ ਉਸ ਅਵਸਥਾ 'ਤੇ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਜਾ ਕੇ ਇੱਕ ਤਾਂ ਪੜ੍ਹ ਕੇ ਗਿਆਨ ਹੁੰਦਾ। ਮੇਰੇ ਵਰਗਿਆਂ ਨੂੰ ਇਹ ਹੋਰ ਗੱਲ ਹੁੰਦੀ ਹੈ, ਇੱਥੇ ਤਾਂ ਰਾਤੀ 7 ਵਜੇ ਅਸੀਂ ਸੀ ਕਰਾਂਗੇ। ਪੜ੍ਹਨਾ, ਪੜ੍ਹ ਕੇ ਗਿਆਨ ਹਾਸਲ ਕਰਨੇ ਇੱਕ ਹੋਰ ਗੱਲ ਹੁੰਦੀ, ਇੱਕ ਪ੍ਰੈਕਟੀਕਲ ਹੋਣਾ ਹੋਰ ਗੱਲ ਹੁੰਦੀ ਹੈ। ਬਾਣੀ ਪੜ੍ਹ ਕੇ ਰੱਬ ਬਾਰੇ ਗਿਆਨ ਹੋ ਗਿਆ ਹੈ, ਇਹ ਨਹੀਂ। ਜਦੋਂ ਮੈਨੂੰ ਨਾਮ ਜਪ ਕੇ ਰੱਬ ਬਾਰੇ ਗਿਆਨ ਹੋਵੇਗਾ ਨਾ, ਉਦੋਂ ਗੱਲ ਬਣੀ। ਜਿਵੇਂ ਸੰਤ ਅਤਰ ਸਿੰਘ ਜੀ ਮਹਾਰਾਜ ਸਟੇਜ 'ਤੇ ਬੈਠੇ ਨੇ, ਪ੍ਰਿੰਸੀਪਲ ਗੰਗਾ ਸਿੰਘ, ਉਹ ਬਹੁਤ ਵਿਦਵਾਨ ਸਨ, ਉਹ 5 ਖੰਡਾਂ ਬਾਰੇ ਬੋਲ ਰਹੇ ਨੇ। ਬਾਅਦ 'ਚ ਮਹਾਂਪੁਰਖ ਕਹਿੰਦੇ ਵੀ ਪ੍ਰਿੰਸੀਪਲ ਸਾਹਿਬ ਤੁਸੀਂ ਬਹੁਤ ਵਧੀਆ ਬੋਲਿਆ, ਇਹੀ ਖੁਸ਼ੀ ਹੈ ਜੋ ਤੁਸੀਂ ਬੋਲਿਆ ਨਾ, ਇਹੀ ਖੁਸ਼ੀ ਹੈ। ਪਰ ਮੈਨੂੰ ਸੱਚੋ ਸੱਚ ਦੱਸੋ, ਤੁਸੀਂ ਇਹ ਖੰਡ ਦੇਖੇ ਨੇ? ਕਹਿੰਦਾ ਨਾ ਮੈਂ ਜੀ ਪੜ੍ਹੇ ਨੇ। ਕਹਿੰਦੇ ਨਹੀਂ, ਚਲੋ ਠੀਕ ਹੈ, ਹੁਣ ਤੁਸੀਂ ਇਹਨਾਂ ਨੂੰ ਦੇਖੋ ਵੀ, ਸਿਮਰਨ ਆਪਣਾ ਵਧਾਓ, ਇਹਨਾਂ ਦੇ ਵਿੱਚੋਂ ਦੀ ਲੰਘੋ। ਜੇ ਤੁਸੀਂ 5 ਖੰਡਾਂ ਦੇ ਵਿੱਚੋਂ ਦੀ ਐਕਚੁਅਲੀ ਲੰਘੋਗੇ, ਫਿਰ ਸੱਚਖੰਡ ਜਾਓਗੇ। ਨਿਰਾ ਪੜ੍ਹਨ ਨਾਲ ਅਸੀਂ ਸੱਚਖੰਡ ਨਹੀਂ ਜਾ ਸਕਦੇ। ਉਂਝ ਤੁਸੀਂ ਜੋ ਕਿਹਾ ਠੀਕ ਹੈ, ਇਹੀ 5 ਖੰਡਾਂ 'ਚ ਹੈ, ਪਰ ਕਿਉਂਕਿ ਤੁਸੀਂ ਆਪ ਨਹੀਂ ਉੱਥੇ ਪਹੁੰਚੇ, ਇਸ ਲਈ ਤੁਸੀਂ ਅਸਲੀਅਤ ਜਿਹੜੀ ਹੈ ਉਹ ਨਹੀਂ ਜਾਣ ਸਕਦੇ। ਇਸ ਲਈ ਗੁਰਬਾਣੀ ਦੇ ਅਨੁਸਾਰ ਗਿਆਨ ਹੋਣਾ ਇੱਕ ਹੋਰ ਗੱਲ ਹੈ, ਸਿਮਰਨ ਕਰਕੇ ਉਸ ਗਿਆਨ ਤੱਕ ਪਹੁੰਚਣਾ ਬਿਲਕੁਲ ਵੱਖਰੀ ਗੱਲ ਹੈ। ਜਦੋਂ ਆਪਾਂ ਨੂੰ ਇਹ ਜੀਵਨ ਦੀ ਬਾਜ਼ੀ ਅਸੀਂ ਜਿੱਤ ਜਾਵਾਂਗੇ,
ਫਿਰ ਸਾਨੂੰ ਵਾਕਈ ਅਸੀਂ ਮੌਤ ਤੋਂ ਨਹੀਂ ਡਰਾਂਗੇ, ਸਾਨੂੰ ਮੌਤ ਦਾ ਗਿਆਨ ਹੋ ਜਾਏਗਾ ਕਿ ਅਸੀਂ ਤਾਂ ਮਰਨਾ ਹੀ ਨਹੀਂ, ਅਸੀਂ ਤਾਂ ਸਰੀਰ ਹੈ ਹੀ ਨਹੀਂ, ਅਸੀਂ ਤਾਂ ਆਤਮਾ ਹਾਂ, ਅਤੇ ਆਤਮਾ ਸਦਾ ਰਹਿਣ ਵਾਲੀ ਹੈ। ਇਹ ਵੱਧ ਤੋਂ ਵੱਧ ਸਰੀਰ ਨੂੰ ਹੀ ਫੂਕਣਗੇ, ਮੈਨੂੰ ਥੋੜ੍ਹਾ ਫੂਕ ਸਕਦੇ ਨੇ। ਹੁਣ ਪਤਾ ਲੱਗ ਜਾਂਦਾ ਸ਼ਬਦਾਂ ਰਾਹੀਂ ਤਾਂ ਮੈਨੂੰ ਵੀ ਗਿਆਨ ਹੋ ਕਿ ਤੁਹਾਨੂੰ ਮੈਂ ਕਰਾਤਾ ਹੈ, ਪਰ ਨਹੀਂ, ਇਹ ਗਿਆਨ ਸਾਨੂੰ ਉਹ ਨਹੀਂ ਗੱਲ ਸਾਡੀ ਬਣੇਗੀ। ਜਦੋਂ ਐਕਚੁਅਲੀ ਗਿਆਨ ਹੋਏ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ, ਫਿਰ ਜਾ ਕੇ ਸਾਡੀ ਗੱਲ ਬਣੇਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਪ ਮੂਆ ਮਨ ਮਨ ਤੇ ਜਨ, ਆਪ ਅੰਦਰੋਂ ਹਉਮੈ। ਜਦੋਂ ਮਨੁੱਖ ਦੇ ਅੰਦਰੋਂ ਹਉਮੈ ਮਰ ਜਾਵੇਗੀ, ਆਪਾਂ ਨੂੰ ਕੋਈ ਸ਼ਬਦ ਬੋਲ ਦਿੰਦਾ ਹੈ, ਆਪਾਂ ਨੂੰ ਗੁੱਸਾ ਆਉਂਦਾ, ਕਿਉਂ ਆਉਂਦਾ? ਅੰਦਰ ਹਉਮੈ ਨੂੰ ਸੱਟ ਵੱਜੀ ਹੈ ਵੀ ਹਾਂ ਇਹਨੇ ਮੈਨੂੰ ਐਂ ਕਿਉਂ ਕਿਹਾ। ਮੈਨੂੰ ਉਦੋਂ ਹੈਰਾਨੀ ਹੁੰਦੀ ਜਦੋਂ ਮਹਾਂਪੁਰਖ ਵੀ ਆਪਸ 'ਚ ਲੜਦੇ ਨੇ। ਚਲੋ ਇੱਕ ਬੰਦੇ ਨੇ ਜੋ ਆਪਣੇ ਆਪ ਮਹਾਂਪੁਰਖ ਕਹਿਲਾਉਂਦਾ, ਕਿਸੇ ਦੂਜੇ ਮਹਾਂਪੁਰਖ ਦੀ ਸਟੇਜ 'ਤੇ ਨਿੰਦਿਆ ਸਪੋਜ਼ ਕਰਤੀ, ਦੂਜੇ ਮਹਾਂਪੁਰਖ ਨੂੰ ਤਕਲੀਫ ਹੋਈ, ਇਹਦਾ ਮਤਲਬ ਹਉਮੈ ਦੇ ਅੰਦਰੋਂ ਮਰੀ ਨਹੀਂ, ਕਹਿਲਾਈ ਜੋ ਆਪਣੇ ਆਪ ਨੂੰ ਮਹਾਂਪੁਰਖ। ਮੈਂ ਆਪਣੇ ਨੂੰ ਸੰਤ ਕਹਿਲਾ ਲਿਆ, ਤੁਸੀਂ ਮੈਨੂੰ ਸੰਤ ਕਹਿਣ ਲੱਗ ਜਾਓ, ਉਹਦੇ ਨਾਲ ਮੈਂ ਥੋੜ੍ਹੇ ਸੰਤ ਹੋ ਜਾਵਾਂਗਾ ਜਿਹੜਾ ਚਿਰ ਅੰਦਰੋਂ ਨਹੀਂ ਮੈਂ ਹੁੰਦਾ। ਅਗਰ ਕੋਈ ਕਬੋਲ ਬੋਲਦਾ ਹੈ, ਉਹਦੇ ਕਬੋਲ ਸੁਣ ਕੇ ਸਾਨੂੰ ਤਕਲੀਫ ਹੁੰਦੀ ਹੈ, ਇਹਦਾ ਮਤਲਬ ਅੰਦਰ ਤੇ ਹਉਮੈ ਹੈ। ਉਹ ਹਉਮੈ ਨੂੰ ਜਾ ਕੇ ਸੱਟ ਵੱਜੀ, ਰੱਬ ਨਹੀਂ ਮਿਲਦਾ ਜੇ, ਇਹਦਾ ਮਤਲਬ ਜੇ ਰੱਬ ਦੂਰ ਹੈ। ਇੱਕ ਨੇ ਮੰਨ ਲਓ ਮੇਰੀ ਨਿੰਦਿਆ ਕੀਤੀ ਹੈ, ਮੈਂ ਸਟੇਜ 'ਤੇ ਉਹਦੀ ਨਿੰਦਿਆ ਕਰਦਾ, ਇਹਦਾ ਮਤਲਬ ਨਹੀਂ ਅਜੇ ਕੋਈ ਗੱਲ ਬਣ ਨਹੀਂ। ਠੀਕ ਹੈ, ਢੋਲਕੀਆਂ ਛਣੇ ਵਜਾਉਣੇ ਹੁੰਦੇ, ਕਥਾ ਵਾਰਤਾ ਹੁੰਦੀ, ਉਹ ਗੱਲ ਵੱਖਰੀ ਹੈ, ਪਰ ਨਹੀਂ, ਅੰਦਰ ਤੇ ਹਉਮੈ ਹੈ। ਨਿੰਦਿਆ ਭਲੀ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦ ਕਰ ਨਰਕੇ ਘੋਰ ਬਚਨ। ਕਹਿੰਦੇ ਨਿੰਦਿਆ ਤਾਂ ਕਰਨੀਆਂ ਹੀ ਨਹੀਂ ਚਾਹੀਦੀ। ਚਲੋ ਇੱਕ ਨੇ ਮੂਰਖਤਾ ਕੀਤੀ, ਉਹਨੇ ਨਿੰਦਿਆ ਕਰਤੀ, ਜਵਾਬ ਵੀ ਨਾ ਦਿਓ, ਸੁਣਿਆ ਅਣਸੁਣਿਆ ਕਰ ਦਿਓ, ਲੜਾਈ ਉੱਥੇ ਹੀ ਬੰਦ ਹੋ ਜਾਏਗੀ। ਅਤੇ ਜਦੋਂ ਚੇਲੇ ਆ ਕੇ ਕਹਿੰਦੇ ਬਾਬਾ ਜੀ ਐਂ ਕਿਹਾ, ਅੱਛਾ, ਫਿਰ ਉਹ ਬਾਬੇ ਬੋਲਦੇ ਆ, ਉਹ ਕਹਿੰਦੇ ਉਹ ਜੀ ਉਹ ਐਂ ਕਿਹਾ, ਅੱਛਾ, ਫਿਰ ਉਹ ਬੋਲਦਾ, ਫਿਰ ਝਗੜੇ ਹੋਣੇ ਹੀ ਹੋਣੇ ਨੇ, ਗੋਲੀਆਂ ਚੱਲਣੀਆਂ ਹੀ ਚੱਲਣੀਆਂ, ਦੁਸ਼ਮਣੀਆਂ ਪੈਣੀਆਂ ਹੀ ਪੈਣੀਆਂ, ਫਿਰ ਬਾਡੀਗਾਰਡ ਰੱਖਣੇ ਹੀ ਪੈਣੇ ਨੇ। ਇਸ ਲਈ ਜਦੋਂ ਅੰਦਰੋਂ ਆਪ ਮਰ ਜਾਏਗਾ ਨਾ, ਹਉਮੈ ਮਰੇਗੀ। ਆਪ ਮੂਆ, ਜਦੋਂ ਅੰਦਰੋਂ ਹਉਮੈ ਮਰ ਜਾਏਗੀ, ਮਨ ਮਨ ਤੇ ਜਨ। ਇਹ ਅਸੀਂ ਆਪਣੇ ਮਨ ਤੋਂ ਹੀ ਪਰਮਾਤਮਾ ਨੂੰ ਜਾਣ ਲਵਾਂਗੇ, ਫਿਰ ਸਾਨੂੰ ਪਰਮਾਤਮਾ ਦਾ ਗਿਆਨ ਹੋ ਜਾਏਗਾ। ਇਹ ਜਿਹੜੀ ਅੰਦਰ ਹਉਮੈ ਹੈ ਨਾ, ਇਹੀ ਪਰਮਾਤਮਾ ਨੂੰ ਅੰਦਰ ਵਸਣ ਨਹੀਂ ਦਿੰਦੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਜਿੱਥੇ ਹਉਮੈ ਹੋਵੇਗਾ ਉੱਥੇ ਨਾਮ ਆਉਂਦਾ ਹੀ ਨਹੀਂ ਹੈਗਾ, ਜਿੱਥੇ ਨਾਮ ਹੋਏਗਾ ਉੱਥੇ ਹਉਮੈ ਨਹੀਂ ਹੋ ਸਕਦੀ, ਇੱਕੋ ਹੀ ਚੀਜ਼ ਰਹੇਗੀ ਦੋਨਾਂ 'ਚ। ਸੋ ਜਿੰਨਾ ਚਿਰ ਹਉਮੈ ਦੀ ਨਿਸ਼ਾਨੀ ਕੀ ਹੈ, ਤੁਸੀਂ ਆਪ ਵੀ ਤਜਰਬਾ ਕਰ ਲਓ। ਤੁਹਾਡੀ ਕਿਸੇ ਨੇ ਨਿੰਦਿਆ ਕਰਤੀ, ਤੁਹਾਨੂੰ ਕਿਸੇ ਨੇ ਆ ਕੇ ਕਹਿਤਾ ਵੀ ਫਲਾਣਾ ਜੀ ਐਂ ਤੁਹਾਡੇ ਬਾਰੇ ਕਹਿੰਦਾ ਸੀ, ਤੁਹਾਨੂੰ ਹੋਈ ਤਕਲੀਫ, ਤੁਹਾਨੂੰ ਚੰਗਾ ਨਹੀਂ ਲੱਗਾ, ਇਹਦੇ ਮਤਲਬ ਅੰਦਰ ਹਉਮੈ ਹੈ। ਕਿਸੇ ਨੇ ਆ ਕੇ ਕਹਿਤਾ ਜੀ ਤੁਹਾਡੇ ਫਲਾਣਾ ਬੜੀ ਵਡਿਆਈ ਕਰਦਾ ਸੀ, ਤੁਸੀਂ ਹੋ ਗਏ ਖੁਸ਼, ਇਹਦੇ ਮਤਲਬ ਅੰਦਰ ਹਉਮੈ ਹੈ। ਹਉਮੈ ਨੂੰ ਪੱਠੇ ਪੈ ਗਏ ਨੇ, ਖੁਸ਼ ਹੋ ਗਈ ਹਉਮੈ, ਉਹਦੀ ਨਿੰਦਿਆ ਹੋ ਗਈ, ਵਿਚਾਰੀ ਹਉਮੈ ਦੁਖੀ ਹੋ ਗਈ। ਅਤੇ ਇਹ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ। ਸਾਲਾਂ ਬੱਧੀ ਨਾਮ ਜਪਣਾ ਪਏਗਾ, ਤਾਂ ਜਾ ਕੇ ਕਿਤੇ ਅੰਦਰੋਂ ਹਉਮੈ ਖਤਮ ਹੋਏਗੀ। ਜਦੋਂ ਹਉਮੈ ਖਤਮ ਹੋਏਗੀ, ਫਿਰ ਪਰਮਾਤਮਾ ਪ੍ਰਗਟ ਹੋਵੇਗਾ, ਉਹਨਾਂ ਚਿਰ ਉਹ ਨਹੀਂ ਹੁੰਦਾ। ਅਤੇ ਜਦੋਂ ਆਪ ਮੂੰਹ ਅੰਦਰੋਂ ਹਉਮੈ ਹੀ ਮਰ ਗਈ, ਫਿਰ ਇਹੀ ਮਨ ਪਰਮਾਤਮਾ ਨੂੰ ਜਾਣ ਲੈਂਦਾ ਹੈ। ਨਜ਼ਰ ਭਈ, ਜਦੋਂ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਨਾ, ਘਰ 'ਤੇ ਜਾਣੇ। ਘਰ ਪਹਿਲਾਂ ਰਾਰੇ ਰੌਂਕਣ ਲੱਗਾ, ਪਰਮਾਤਮਾ ਦਾ ਘਰ 'ਤੇ ਜਾਣੇ, ਆਪਣੇ ਹਿਰਦੇ 'ਚ ਹੀ ਪਤਾ ਲੱਗ ਜਾਂਦਾ। ਫਿਰ ਅਸੀਂ ਪਰਮਾਤਮਾ ਨੂੰ, ਸੱਚਖੰਡ ਨੂੰ ਆਪਣੇ ਹਿਰਦੇ ਦੇ ਵਿੱਚ ਹੀ ਜਾਣ ਲੈਂਦੇ ਹਾਂ। ਸੱਚਖੰਡ ਦਾ ਸਾਨੂੰ ਗਿਆਨ ਹੋ ਜਾਂਦਾ ਹੈ। ਜਤ ਸਤ ਤੀਰਥ ਮੱਜਨ ਨਾਮ, ਅਧਿਕ ਬਿਥਾਰ ਕਰੋ ਕਿਸ ਕਾਮ। ਨਰ ਨਾਰਾਇਣ
ਅੰਤਰਜਾਮ। ਕਿ ਜਿਹੜੇ ਪਰਮਾਤਮਾ ਦਾ ਨਾਮ ਹੈ ਨਾ, ਪਰਮਾਤਮਾ ਦੇ ਨਾਮ ਵਿੱਚ ਹੀ ਜਤ ਹੈ। ਜਤ ਉਚਾਚਰਨ, ਸਤ ਸੱਚ ਅਨੁਸਾਰ ਜੀਵਨ, ਤੀਰਥ ਮਜਨ, ਤੀਰਥਾਂ ਦਾ ਇਸ਼ਨਾਨ, ਇਹ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਹੀ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਸਮਝੋ ਉਹ ਜਤੀ ਹੈ, ਸਮਝੋ ਸਤੀ ਹੈ, ਸਮਝੋ ਉਸਨੇ ਤੀਰਥ ਇਸ਼ਨਾਨ ਕਰ ਲਿਆ। ਉਹ ਜਿਹੜਾ ਨਾਮ ਜਪਣ ਨੂੰ ਇਹਨਾਂ ਚੀਜ਼ ਦੀ ਲੋੜ ਹੀ ਨਹੀਂ, ਆਪੇ ਹੋਏ ਸਭ ਕੁਝ। ਉਹਨੂੰ ਔਖੇ ਹੋਣ ਦੀ ਲੋੜ ਹੀ ਨਹੀਂ, ਕਿਉਂਕਿ ਤੀਰਥਾਂ 'ਤੇ ਵੀ ਲੋਕ ਇਸ ਲਈ ਐਕਚੁਅਲੀ ਜਾਂਦੇ ਨੇ ਆਪ ਵੀ ਉਹਨਾਂ ਦਾ ਮਨ ਜਿਹੜੇ ਪਾਪ ਕੀਤੇ ਨੇ ਉਹ ਸਾਫ਼ ਹੋ ਜਾਣ, ਬਈ ਮਨ ਸਾਫ਼ ਹੋ ਜਾਏ। ਗੁਰਬਾਣੀ ਕਹਿੰਦੀ ਮਨ 'ਤੇ ਹੋਵੇਗਾ ਨਾਮ ਜਪ ਕੇ ਸਾਫ਼, ਇਸ ਲਈ ਨਾਮ ਜਪੀ ਜੇ ਬਸ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈਗੀ। ਸਾਡੇ ਲਈ ਤਾਂ ਸੌਖਾ ਕਰਤਾ। ਹਿੰਦੂਆਂ ਲਈ ਤਾਂ ਵੀ 68 ਤੀਰਥਾਂ 'ਤੇ ਜਾਓ ਤਾਂ ਤੁਹਾਡੀ ਕਿਤੇ ਮੁਕਤੀ ਹੋਏਗੀ। ਗੁਰੂ ਬਾਰੇ ਕਿਤੇ ਤੁਹਾਨੂੰ ਜਾਣ ਦੀ ਲੋੜ ਹੀ, ਜਿੱਥੇ ਬੈਠੇ ਹੋ ਉੱਥੇ ਨਾਮ ਜਪੀ ਜਾਓ, ਬਸ ਮੁਕਤੀ ਹੋ ਜਾਏਗੀ। ਜਿੰਨੇ ਆਪਣੇ ਭਗਤ ਨੇ ਕਿਤੇ ਵੀ ਨਹੀਂ ਹੁੰਦਾ ਫਲਾਂ ਤੀਰਥਾਂ 'ਤੇ ਫਿਰਦੇ ਰਹੇ ਜੀ। ਉਹ ਬਾਲਮੀਕ ਵਰਗੇ ਤ੍ਰੇਤੇ ਯੁੱਗ ਵਾਲੇ, ਇੱਕ ਤਾਂ ਦੁਆਪਰ ਯੁੱਗ 'ਚ ਅਸੀਂ ਕ੍ਰਿਸ਼ਨ ਮਹਾਰਾਜ ਵੇਲੇ, ਇੱਕ ਤ੍ਰੇਤੇ ਰਾਮਚੰਦਰ ਜੀ ਵੇਲੇ। ਉਹਨਾਂ ਨੇ ਸਾਧਾਂ ਨੇ ਉਹਨੂੰ ਗੁਰਮੰਤਰ ਦੇ ਦਿੱਤਾ, ਬਸ ਬੈਠਾ ਰਿਹਾ ਸਾਲਾਂ ਬੱਧੀ ਬੈਠੇ ਰਹੇ। ਉੱਤੇ ਜਿਹੜੀ ਸਿਉਂਕ ਚੜ੍ਹ ਗਈ, ਸਿਉਂਕ ਨੂੰ ਸੰਸਕ੍ਰਿਤ ਦੇ ਵਿੱਚ ਵਾਲਮੀਕ ਕਹਿੰਦੇ ਆ। ਸੰਸਕ੍ਰਿਤ ਸਿਉਂਕ ਨੂੰ ਕਹਿੰਦੇ ਨੇ ਵਾਲਮੀਕ। ਸਾਰੇ ਸਰੀਰ 'ਤੇ ਸਿਉਂਕ ਚੜ੍ਹ ਗਈ। ਸਿਉਂਕ ਜਿੱਥੇ ਇੱਕ ਆਪਣਾ ਘਰ ਬਣਨ ਦੇ ਵਿੱਚ ਮੋਰੀਆਂ ਜ਼ਰੂਰ ਰੱਖਦੀ ਹੈ, ਉਹ ਮੋਰੀਆਂ ਰਾਹੀਂ ਵਾਲਮੀਕੀ ਸਾਹ ਆਈ ਗਿਆ ਹੈ, ਪਰ ਉਹਨਾਂ ਦੀ ਸਮਾਧੀ ਲੱਗੀ ਹੋਈ ਹੈ। ਕਈ ਸਾਲਾਂ ਬਾਅਦ ਉਹ ਸਾਧ ਜਿਨ੍ਹਾਂ ਨੇ ਉਹਨੂੰ ਗੁਰਮੰਤਰ ਦਿੱਤਾ ਸੀ ਉਹ ਕਿਤੇ ਵਾਪਸ ਆਏ। ਲੋਕਾਂ ਨੂੰ ਪੁੱਛਿਆ ਵੀ ਇੱਥੇ ਇੱਕ ਬੰਦਾ ਸੀ, ਉਹਨੂੰ ਸੀ ਗੁਰਮੰਤਰ ਦੇ। ਹਾਂ ਕਹਿੰਦੇ ਹੈਗਾ, ਕਹਿੰਦੇ ਜੰਗਲ 'ਚ ਹੈ ਜੀ। ਉਹ ਉਦੋਂ ਦਾ ਹੀ ਉੱਥੇ ਬੈਠਾ। ਉਹ ਕਹਿੰਦੇ ਦੱਸੋ ਜੀ, ਜੋ ਗਏ ਉਹ ਤਾਂ ਸਿਉਂਕ ਦੀ ਢੇਰੀ ਲੱਗੇ ਹੋਏ, ਤਾਂ ਮਿੱਟੀ ਦੀ ਢੇਰੀ ਹੈ। ਉਹਨਾਂ ਸਾਧਾਂ ਨੇ ਹੌਲੀ ਹੌਲੀ ਮਿੱਟੀ ਹਟਾਈ, ਵਿੱਚੋਂ ਵਾਲਮੀਕ ਜੀ ਨਿਕਲੇ। ਉਹਨਾਂ ਨੇ ਸਿਰ ਝੱਸਿਆ ਹੈ, ਸੁਰਤ ਠੀਕ ਕੀਤੀ। ਉਹ ਕਿਸੇ ਤੀਰਥ ਸਥਾਨ 'ਤੇ ਨਹੀਂ ਗਏ, ਕਿਤੇ ਕੁਛ ਨਹੀਂ ਕੀਤਾ, ਬੈਠੇ ਨੇ ਨਾਮ ਜਪਦੇ ਰਹੇ। ਅਤੇ ਕਿੱਡੇ ਵੱਡੇ ਅਨਪੜ੍ਹ ਹੋਣ ਦੇ ਬਾਅਦ ਕਿੱਡੇ ਵੱਡੇ ਵਿਦਵਾਨ ਹੋ ਗਏ ਕਿ ਸੰਸਕ੍ਰਿਤ ਦੇ ਵਿੱਚ ਰਮਾਇਣ ਲਿਖੀ ਉਹਨਾਂ ਨੇ। ਤੁਲਸੀ ਦਾਸ ਨੇ ਤਾਂ ਹਿੰਦੀ 'ਚ ਲਿਖੀ 16ਵੀਂ ਸਦੀ 'ਚ। ਵਾਲਮੀਕ ਨੇ ਤਾਂ ਪਹਿਲਾਂ ਹੀ ਬਹੁਤ ਸਮਾਂ ਪਹਿਲਾਂ ਹੀ, ਇੱਕ ਦੋ ਯੁੱਗ ਪਹਿਲਾਂ ਲਿਖਤੀ ਸੀ। ਸੋ ਪਰਮਾਤਮਾ ਦਾ ਨਾਮ ਹੈ, ਇਹ ਅਨਪੜ੍ਹ ਨੂੰ ਵੀ ਵਿਦਵਾਨ ਬਣਾਉਂਦਾ ਹੈ। ਮੈਨੂੰ ਯਾਦ ਹੈ ਜਦ ਮੈਂ ਵਾਲਮੀਕ ਦੀ ਫਿਲਮ ਦੇਖੀ ਨਾ, ਵਾਲਮੀਕ ਜੀ ਨੂੰ ਹੋ ਗਿਆ ਗਿਆਨ, ਹੈਗੇ ਅਨਪੜ੍ਹ, ਲਿਖਣਾ ਨਹੀਂ ਆਉਂਦਾ। ਉਹਨਾਂ ਕੋਲ ਮੋਰ ਖੰਭ ਇੱਕ ਕਲਮ ਦੇ ਤੌਰ 'ਤੇ ਸੀ। ਮੋਰ ਖੰਭ ਕੋਲ ਹੈ, ਦੁਆਤ ਵੀ ਹੈਗੀ, ਸਿਆਹੀ ਵੀ ਲਾ ਲਈ ਹੈ, ਅੱਗੇ ਕਾਗਜ਼ ਵੀ ਹੈਗਾ। ਉਹਦੇ ਭੋਜ ਪੱਤਰ ਹੁੰਦੇ ਸਨ, ਦਰਖਤਾਂ ਦੇ ਪੱਤੇ ਦੇ, ਜਿਸ 'ਤੇ ਲਿਖਦੇ ਹੁੰਦੇ ਸਨ। ਤੇਰਾ ਕਾਗਜ਼, ਇਹ ਤਾਂ ਬਹੁਤ ਦੇਰ ਬਾਅਦ ਅੰਗਰੇਜ਼ ਹੁਣ ਉਹਨਾਂ ਨੂੰ ਨਾ ਉਹ ਗਿਆਨ 'ਤੇ ਔੜ ਰਿਹਾ, ਲਿਖਣਾ ਚਾਹੁੰਦੇ ਨੇ, ਉਹ ਲਿਖ ਨਹੀਂ ਹੁੰਦਾ। ਕਿਸੇ ਅਨਪੜ੍ਹ ਬੰਦੇ ਨੂੰ ਗਿਆਨ 'ਤੇ ਹੋ ਗਿਆ, ਹੁਣ ਉਸਨੇ ਲਿਖਣੇ, ਉਹਨੂੰ ਤਾਂ ਉਡਾਣਾ ਨਹੀਂ ਆਉਂਦਾ ਲਿਖਣਾ। ਮੈਂ ਦੇਖਿਆ ਐਂ ਉਹਨਾਂ ਦਾ ਹੱਥ ਕਰ ਰਿਹਾ, ਕਰਦੇ ਐਂ ਕਰਦੇ, ਮੈਂ ਦੇਖ ਇਹ ਨਾ ਹੁਣ ਲਿਖਣਾ ਚਾਹੁੰਦੇ ਨੇ, ਇਹ ਬਾਣੀ ਤਾਂ ਇਹਨਾਂ ਨੂੰ ਆ ਰਹੀ ਹੈ, ਇਹ ਲਿਖਣਾ ਚਾਹੁੰਦੇ ਨੇ, ਪਰ ਇਹਨੂੰ ਲਿਖਣਾ ਨਹੀਂ ਆਉਂਦਾ ਕਿਉਂਕਿ ਪੜ੍ਹੇ ਨਹੀਂ ਹੈਗੇ। ਹੌਲੀ ਹੌਲੀ ਬਸ ਫਿਰ ਉਹਨਾਂ ਦਾ ਕਲਮ ਚੱਲ ਪਈ, ਬਸ ਚੱਲ ਪਈ ਅਤੇ ਫਿਰ ਲਿਖਣਾ ਸ਼ੁਰੂ ਕਰਤਾ। ਇਹ ਗਿਆਨ ਫੁੱਟਦਾ ਹੈ। ਇੱਕ ਅਨਪੜ੍ਹ ਬੰਦਾ ਵੀ ਨਾਮ ਜਪ ਕੇ ਵੱਡਾ ਤੋਂ ਵੱਡਾ ਵਿਦਵਾਨ ਹੋ ਸਕਦਾ ਹੈ। ਕਿਉਂ? ਨਾਮ ਜਪਣ ਵਾਲੇ ਵਿੱਚ ਰੱਬੀ ਗੁਣ ਪੈਦਾ ਹੋਈ ਜਾਣੇ ਨੇ। ਜੈਸਾ ਸੇਵੈ ਤੈਸੋ ਹੋਵੇ। ਤੁਸੀਂ ਵਾਹਿਗੁਰੂ 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 ਕਰਦੇ ਰਹੋ, ਹੌਲੀ ਹੌਲੀ ਵਾਹਿਗੁਰੂ ਵਾਲੇ ਗੁਣ ਤੁਹਾਡੇ 'ਚ ਆਪੇ ਹੀ ਆਈ ਜਾਣਗੇ। ਅਤੇ ਵਾਹਿਗੁਰੂ ਤਾਂ ਵਿਦਵਾਨ ਹੈ, ਵਾਹਿਗੁਰੂ ਤਾਂ ਜਾਣੀ ਜਾਣ ਹੈ, ਉਹ ਤਾਂ ਸਰਬ ਸ਼ਕਤੀਮਾਨ ਹੈ।
ਉਹ ਤਾਂ ਪਤਾ ਨਹੀਂ ਕਿੰਨੇ ਗੁਣ, ਉਹ ਤਾਂ ਦਿਆਲੂ ਹੈ, ਕਿਰਪਾਲੂ ਹੈ, ਬਖਸ਼ਿੰਦ ਹੈ, ਪਤਾ ਨਹੀਂ ਕਿੰਨੇ ਗੁਣ ਨੇ। ਹੌਲੀ ਹੌਲੀ ਬੰਦੇ 'ਚੋਂ ਸਾਰੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਆਪਣੇ ਆਪ। ਬਸ ਨਾਮ ਜਪੀ ਜਾਣਾ ਸੀ ਤਾਂ ਬਸ ਜਪ 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 ਕੇ ਫਿਰ ਪਤਾ ਲੱਗਦਾ ਵੀ ਵਾਕਈ ਯਾਰ ਨਾਮ 'ਚ ਕਿਆ ਬਾਤ ਹੈ, ਨਾਮ 'ਚ ਕਿਆ ਤਾਕਤ ਹੈ, ਨਾਮ ਨਾਲ ਕੀ ਕੁਛ ਮਿਲਦਾ ਹੈ। ਫਿਰ ਪਤਾ ਲੱਗਦਾ ਬੰਦੇ ਨੂੰ। ਇਹ ਬਿਨਾਂ ਪ੍ਰੈਕਟੀਕਲ ਕੀਤੇ ਨਹੀਂ ਗੱਲ ਬਣਦੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਸਾਡੇ ਲਈ ਤਾਂ ਪਰਮਾਤਮਾ ਦੇ ਨਾਮ ਵਿੱਚ ਹੀ ਜਤ ਹੈ, ਨਾਮ ਦੇ ਵਿੱਚ ਹੀ ਸਤ ਹੈ, ਨਾਮ ਦੇ ਵਿੱਚ ਹੀ ਤੀਰਥ ਇਸ਼ਨਾਨ ਹੈ। ਮੱਜਨ ਇਸ਼ਨਾਨ ਨੂੰ ਕਹਿੰਦੇ ਅਧਿਕ ਵਿਥਾਰ ਕਰੋ ਕਿਸ ਕੰਮ, ਜੇ ਮੈਂ ਬਹੁਤਾ ਖਿਲਾਰਾ ਪਾ ਲਾਂਗਾ ਕਹਿੰਦੇ ਕਿਸ ਕੰਮ ਹੈ। ਜਿਹੜੇ ਜਿਨ੍ਹਾਂ ਨੇ ਵੱਧ ਤੋਂ ਵੱਧ ਨਾਮ ਜਪਣਾ ਹੁੰਦਾ ਨਾ ਉਹ ਬਹੁਤਾ ਖਿਲਾਰਾ ਨਹੀਂ ਪਾਉਂਦੇ, ਫਿਰ ਉਹਨਾਂ ਦਾ ਨਹੀਂ ਤਾਂ ਧਿਆਨ ਉੱਧਰ ਨੂੰ ਹੋ ਜਾਏਗਾ, ਉਹਨੂੰ ਧਿਆਨ ਹੋ ਜਾਏਗਾ। ਜਿਵੇਂ ਇੱਕ ਡੇਰੇ 'ਚ ਲੈ ਗਿਆ ਸਵੇਰ ਦਾ ਵੇਲਾ ਸੀ, ਮੈਂ ਇੱਕ ਦੋ ਵਾਰੀ ਪਹਿਲਾਂ ਵੀ ਦੱਸਿਆ। ਉਹ ਜਿਹੜੇ ਡੇਰੇ ਦੇ ਇੰਚਾਰਜ ਮਹਾਂਪੁਰਖ ਸਨ, ਇੱਕ ਮੁੰਡੇ ਨੂੰ ਡਾਂਗ ਨਾਲ ਕੁੱਟ ਰਹੇ ਨੇ, ਜੋ ਮੈਨੂੰ ਪੁਰਾਣੇ ਜਾਣਦੇ ਸਨ। ਮੈਂ ਗਿਆ, ਹੁਣ ਮੈਨੂੰ ਵੇਖ ਕੇ ਉਹ ਸੋਟੀ ਰੱਖਦੀ ਹੈ ਅਤੇ ਉਹਨੇ ਕਹਿੰਦੇ ਚਲੋ ਦਫਾ ਹੋ ਜਾ, ਭੱਜ। ਹੁਣ ਭਜਾਦਾ ਹੈ, ਕੁਰਸੀ 'ਤੇ ਬਹਿ ਗਏ। ਇਹਨੇ ਚਿਰ ਮੈਂ ਹੀ ਪਹੁੰਚ ਗਿਆ। ਚਲੋ ਫਤਿਹ ਬੁਲਾਈ, ਬੈਠਿਆ, ਗੱਲਾਂ ਬਾਤਾਂ ਲੱਗ ਗਏ ਕਰਨ। ਮੈਂ ਹੱਸਦਿਆਂ ਕਿਹਾ, ਮੈਂ ਬਾਬਾ ਜੀ ਸਵੇਰੇ ਸਵੇਰੇ ਕੁੱਟ ਰਹੇ ਸੀ। ਉਹ ਪੇਂਡੂ ਭਾਸ਼ਾ ਬੋਲਦੇ, ਕਹਿੰਦੇ ਮਾਸਟਰ ਜੀ ਇੱਥੇ ਡੇਰੇ 'ਚ 500 ਲਗੌੜ ਹੈ, ਇੱਕ ਨੇ ਵੀ ਸ਼ਰਾਰਤ ਕਰਤੀ ਸਾਰੇ ਡੇਰੇ ਦੀ ਬਦਨਾਮੀ ਹੋਵੇਗੀ, ਇਸ ਲਈ ਇਹਨਾਂ ਨੂੰ ਕੁੱਟ ਪੈ ਰਹੀ ਹੈ। ਅਤੇ ਮੈਂ ਸੋਚਿਆ ਵੀ ਓਹੋ ਵੀ ਤੁਸੀਂ ਤਾਂ ਰਾਮ ਰਾਮ ਕਰਨ ਲਈ ਘਰੋਂ ਨਿਕਲੇ ਸੀ ਅਤੇ ਆਹ ਕਿਸ ਵਕਤ ਨੂੰ ਤੁਸੀਂ ਫੜੇ ਗਏ ਹੋਏ। ਆਪਣੇ 2 ਜਵਾਕ ਤੇ ਸਾਂਭ ਨਹੀਂ ਹੋਏ ਅਤੇ ਇੱਥੇ 500 ਲਈ ਕਮਰੇ ਬਣਾਓ, 500 ਲਈ ਲੰਗਰ ਦਾ ਪ੍ਰਬੰਧ ਕਰ ਲਓ, 500 ਲਈ ਕੱਪੜੇ ਦਾ ਪ੍ਰਬੰਧ ਕਰੋ, ਜੇ ਬਿਮਾਰ ਹੋਏ ਦਵਾਈਆਂ ਦਾ ਪ੍ਰਬੰਧ ਕਰੋ। ਫਿਰ ਵਾਧੂ ਦੇ ਵਕਤ ਖੜਾ ਕਰ ਲੈਣਾ, ਵਾਧੂ ਫੜ ਕੇ ਘਰੋਂ ਰਾਮ ਰਾਮ ਕਰਨ ਨਿਕਲੇ ਸੀ, ਅੱਗੋਂ ਸਿਆਪਾ ਖੜਾ ਕਰ ਲਓ। ਤਾਂ ਕਹਿੰਦੇ ਨੇ ਉਹ ਹੁਣ ਨਾਮ ਜਪਣਾ ਅਧਿਕ ਵਿਥਾਰ ਕਰੋ ਕਿਸ ਕੰਮ, ਜੇ ਮੈਂ ਜ਼ਿਆਦਾ ਖਿਲਾਰਾ ਪਾ ਲਿਆ ਫਿਰ ਮੇਰੇ ਕਿਸ ਕੰਮ ਹੈ। ਉਹ ਭਜਨ ਬੰਦਗੀ ਰੁਕਾਵਟ ਪੈਂਦੀ ਹੈ। ਸਾਡੇ ਕਿ ਜਿੱਡਾ ਵੱਡਾ ਸਿਰ ਓਡੀ ਵੱਡੀ ਸਿਰਦਰਦੀ। ਜਿੰਨੀ ਜ਼ਿਆਦਾ ਜ਼ਿੰਮੇਵਾਰੀ ਹੋਵੇਗੀ ਬੰਦਾ ਉਹ ਜ਼ਿੰਮੇਵਾਰੀ 'ਚ ਲੱਗੇ, ਭਜਨ ਬੰਦਗੀ ਲਈ ਟਾਈਮ ਹੀ ਨਹੀਂ ਮਿਲਣਾ ਉਸਨੂੰ। ਹੁਣ ਜੋ ਭਜਨ ਬੰਦਗੀ ਛੜਾ ਬੰਦਾ ਕਰ ਸਕਦਾ ਉਹ ਵੈਰ ਨਹੀਂ ਕਰ ਸਕਦਾ। ਕਦੇ ਘਰ ਵਾਲੀ ਲੜ ਰਹੀ ਹੈ ਅਤੇ ਕਦੇ ਜਵਾਕ ਲੜ ਰਹੇ, ਕਦੇ ਆਹ ਮੰਗ ਰਿਹਾ ਕਦੇ ਉਹ ਮੰਗ ਰਿਹਾ। ਉਹ ਵਿਚਾਰਾ ਵਕਤ ਨੂੰ ਵੀ ਫੜਿਆ ਜਾਂਦਾ। ਆ ਜਾਣਗੇ ਮੇਰੇ ਕੋਲ। ਮੈਂ ਸੁਣੋ ਮੇਰੀ ਗੱਲ, ਤੁਸੀਂ ਵੀ ਗ੍ਰਸਤੀ ਹੈ, ਮੈਂ ਵੀ ਗ੍ਰਸਤੀ ਹਾਂ। ਗ੍ਰਸਤੀ ਬੰਦਾ ਕਦੇ ਸੁਖੀ ਨਹੀਂ ਹੁੰਦਾ, ਇਹ ਯਾਦ ਰੱਖਿਓ। ਮੈਂ ਜੇ ਗ੍ਰਸਤ ਧਾਰਨ ਕਰਨਾ ਦੁਖੀ ਹੋਣ ਲਈ ਤਿਆਰ ਹੋ ਜਾਓ, ਨਹੀਂ ਤੁਹਾਨੂੰ ਅਫਸੋਸ ਹੋਏਗਾ। ਗ੍ਰਸਤ ਦੇ ਵਿੱਚ ਜ਼ਿੰਮੇਵਾਰੀਆਂ ਅਤੇ ਜ਼ਿੰਮੇਵਾਰੀਆਂ 'ਚ ਦੁੱਖ ਹੁੰਦਾ ਹੀ ਹੁੰਦਾ ਹੈਗਾ। ਕਦੇ ਬੱਚਾ ਬਿਮਾਰ ਹੋ ਗਿਆ, ਕਦੇ ਆਪ, ਕਦੇ ਘਰ ਵਾਲੀ ਬਿਮਾਰ ਹੋ ਗਈ, ਕਦੇ ਕੋਈ ਰਿਸ਼ਤੇਦਾਰ ਹੋ ਗਿਆ, ਕਦੇ ਕਿਤੇ ਜਾ, ਕਦੇ ਕਿਤੇ ਜਾ, ਕਦੇ ਖਰਚਾ ਕਰ, ਕਦੇ ਆਹ ਕਰ। ਮੈਂ ਤਾਂ ਇਸ ਤਰ੍ਹਾਂ ਰਹੂਗਾ। ਬੇਬੀ ਆਪਣਾ ਸਹੀ ਜੋ ਸੋਵੇ ਜੀਆ ਆਪਣਾ ਕੀਆ। ਇਹ ਤਾਂ ਹੁਣ ਜੋ ਗ੍ਰਸਤ ਧਾਰਨ ਕੀਤਾ ਤਾਂ ਫਿਰ ਇਹ ਮੁਸੀਬਤਾਂ ਵੀ ਨਾਲ ਨਾਲ ਆਉਣਗੀਆਂ। ਇਸ ਲਈ ਭਜਨ ਬੰਦਗੀ ਕਰਨ ਵਾਲੇ ਨੂੰ ਬਹੁਤਾ ਲੰਮਾ ਚੌੜਾ ਖਿਲਾਰਾ ਨਹੀਂ ਪਾਉਣਾ ਚਾਹੀਦਾ। ਨਰ ਨਾਰਾਇਣ ਅੰਤਰਜਾਮ, ਪਰਮਾਤਮਾ ਜਿਹੜਾ ਤੇ ਅੰਤਰਜਾਮੀ ਹੈ। ਇਹ ਤਾਂ ਅੰਤਰਜਾਮੀ ਹੈ, ਅੰਦਰ ਦੀਆਂ ਗੱਲਾਂ ਜਾਣਦਾ। ਆਪਣਾ ਚੁੱਪ ਕਰਕੇ ਨਾਮ ਜਪੀ ਜੋ ਬਸ। ਜਿਵੇਂ ਇੱਕ ਮਹਾਂਪੁਰਖਾਂ ਕੋਲ ਇੱਕ ਅਮੀਰ ਆ ਗਿਆ, ਉਹਨੇ ਦੇਖਿਆ, ਕਹਿੰਦੇ ਬਾਬਾ ਜੀ ਤੁਹਾਡੇ ਕੋਲ ਕਾਰ ਕੋਈ ਨਹੀਂ ਹੈਗੀ, ਮੇਰੀ ਇੱਛਾ ਤੁਹਾਨੂੰ ਕਾਰ ਦੇਵਾਂ। ਕਹਿੰਦੇ ਨਾ ਭਰਾ ਮੈਨੂੰ ਨਹੀਂ ਕਾਰ ਚਾਹੀਦੀ। ਕਹਿੰਦੇ ਨਹੀਂ ਜੀ ਬਾਬਿਆਂ ਕੋਲ ਤਾਂ ਕਾਰ ਚਾਹੀਦੀ ਹੈ। ਕਹਿੰਦੇ ਸੁਣ ਤੂੰ ਮੈਨੂੰ ਕਾਰ ਦੇ ਜਾਏਗਾ, ਮੈਨੂੰ ਚਲਾਉਣੀ ਨਹੀਂ ਆਉਂਦੀ, ਮੈਨੂੰ ਡਰਾਈਵਰ ਰੱਖਣਾ ਪਏਗਾ, ਮੈਨੂੰ ਡਰਾਈਵਰ ਦੀ ਤਨਖਾਹ ਦੇਣੀ ਪਏਗੀ, ਫਿਰ ਕਾਰ ਲਈ ਮੈਨੂੰ ਕਮਰਾ ਬਣਾਉਣਾ ਪਏਗਾ, ਫਿਰ ਪੈਟਰੋਲ ਦਾ ਡੀਜ਼ਲ ਦਾ ਪ੍ਰਬੰਧ ਕਰਨਾ। ਮੈਂ ਵਾਧੂ ਦੇ ਵਕਤ ਫੜਿਆ ਰਹਾ, ਮੈਨੂੰ ਤੇਰੀ ਕਾਰ ਚਾਹੀਦੀ, ਲੈ ਜਾ ਆਪਣੀ ਕਾਰ। ਜਿੰਨਾ ਭਜਨ ਬੰਦੀ ਕਰਨੀ ਹੈ ਉਹ ਥੋੜ੍ਹਾ ਕੁਛ ਹੀ ਰੱਖਦੇ ਨੇ, ਕੁਛ ਰੱਖਦੇ ਨੇ। ਮੈਨੂੰ ਗੱਲ ਉਹਦੀ ਜੱਚ ਗਈ। ਮੈਂ ਵਾਕਈ ਯਾਰ ਕਿ ਜੇ ਕਾਰ ਲਓਗੇ
ਤਾਂ ਫਿਰ ਉਹਦੇ ਲਈ ਚਲਾਉਣ ਵਾਲਾ ਵੀ ਚਾਹੀਦਾ। ਜੇ ਮੈਂ ਕਾਰ ਲੈ ਲਈ, 5 ਸਾਲ ਮੈਂ ਆਪ ਚਲਾਈ। ਇੱਕ ਦਿਨ ਸੰਤ ਸੀਤਲ ਸਿੰਘ ਜੀ ਮਹਾਰਾਜ ਸਰੀਰ ਤਿਆਗ ਚੁੱਕੇ ਸਨ ਉਦੋਂ ਨੂੰ, ਉਹ ਮੈਨੂੰ ਮਿਲੇ, ਕਹਿੰਦੇ ਭਿੰਡਰ ਸਾਹਿਬ ਅੱਗੇ ਤੋਂ ਕਾਰ ਨਹੀਂ ਚਲਾਉਣੀ। ਮੈਂ 7 ਬਚਨ ਆਪ ਆਜ਼ਾਦ ਸਿੰਘ ਦਾ ਲੜਕਾ ਸਿਮਰ ਉਦੋਂ ਇੱਥੇ ਹੁੰਦਾ ਸੀ, ਕੁਝ ਮੁੰਡੇ ਇੱਥੇ ਹੀ ਸਨ। ਇਹ ਲਾਗੇ ਚਲਾਉਣ, ਕਿਤੇ ਮੈਂ ਜਾਣਾ, ਇਹਨਾਂ ਜੇ ਕਿਸੇ ਨੇ ਵਿਹਲੇ ਹੁੰਦੇ ਤਾਂ ਚਲੇ ਜਾਣਾ। 2 ਸਾਲਾਂ ਬਾਅਦ ਇਹ ਵੀ ਸਾਰੇ ਚਲੇ ਗਏ ਜੀ। ਮੈਂ ਯਾਰ ਜੈਮਲ ਸਿੰਘ ਕਿਹਨੂੰ ਰੋਜ਼ ਕਹਿੰਦੇ ਫਿਰਾਂਗੇ, ਵੇਚ ਹੀ ਦਿਓ। ਮੈਂ 7 ਸਾਲਾਂ ਬਾਅਦ ਉਹ ਕਾਰ ਵੇਚਤੀ। ਨਿਬੜਿਆ ਕੰਮ। ਨਾ ਡਰਾਈਵਰ ਦੀ ਲੋੜ ਰਹੀ, ਨਾ ਤੇਲ ਦੀ ਲੋੜ ਰਹੀ, ਤੇ ਨਾ ਕਾਸੇ ਦੀ ਲੋੜ ਰਹੀ। ਸੰਗਤ ਨੂੰ ਆਪਾਂ ਨੇ ਕਹਿਤਾ ਵੀ ਦੇਖੋ, ਮੈਂ ਕੋਈ ਕਥਾ ਵਾਰਤਾ ਦਾ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ। ਤੁਸੀਂ ਪ੍ਰੋਗਰਾਮ 'ਤੇ ਮੇਰੇ ਤੋਂ ਕਥਾ ਵਾਰਤਾ ਕਰਾਉਣੀ, ਭਰਾਵੋ ਲੈ ਜਾਇਆ ਕਰੋ ਅਤੇ ਛੱਡ ਜਾਇਆ ਕਰੋ। ਤੁਹਾਡੇ ਕੋਲ ਸਕੂਟਰ ਹੈ, ਸਕੂਟਰ 'ਤੇ ਲੈ ਜਾਓ। ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਮੈਨੂੰ ਜ਼ਰੂਰ ਕਾਰ 'ਤੇ ਹੀ ਲੈ ਕੇ ਜਾਓ। ਤੁਹਾਡੇ ਕੋਲ ਸਕੂਟਰ ਹੈ, ਸਕੂਟਰ 'ਤੇ ਲੈ ਜਾਓ, ਸਕੂਟਰ 'ਤੇ ਛੱਡ ਜਾਓ। ਕਾਰ ਹੈ, ਕਾਰ 'ਤੇ ਲੈ ਜਾਓ, ਕਾਰ 'ਤੇ ਛੱਡ ਲੈ ਜਿੱਥੇ ਮਰਜੀ ਜਾਓ। ਮੈਂ ਪਾਣੀਪਤ ਤੱਕ ਵੀ ਗਿਆ ਹਾਂ, ਕਿਉਂਕਿ ਉਹ ਜਿਹੜੇ ਮੈਨੂੰ ਲਿਜਾਣ ਵਾਲੇ ਸਨ ਉਹ ਇੱਥੇ ਪਟਿਆਲੇ 'ਚ ਹੀ ਰਹਿੰਦੇ ਸਨ। ਉਹ ਰਿਸ਼ਤੇਦਾਰ ਸਨ, ਉਹਨਾਂ ਜਿੱਥੇ ਪਾਣੀਪਤ ਪ੍ਰੋਗਰਾਮ ਸੀ, ਉਹ ਮੈਨੂੰ ਉੱਥੋਂ ਲੈ ਗਏ। ਉਹ ਆਪਣੀ ਕਾਰ 'ਚ ਹੀ ਵਾਪਸ ਲਾਏ। ਝੰਜਟ ਹੀ ਮੁੱਕ ਗਿਆ ਆਪਣਾ। ਨਾ ਹੈ ਨਾ ਖੈਂ ਹਾਂਜੀ। ਹੁਣ ਕੋਈ ਚਿੰਤਾ ਹੈ। ਉਹ ਪਾਕਿਸਤਾਨ ਕਹਿੰਦੇ ਢੱਗਾ ਨਾ ਵੱਛੀ, ਨੀਂਦ ਆਵੇ ਅੱਛੀ। ਜੇ ਕੋਲ ਹੀ ਕੁਛ ਨਹੀਂ ਤੇ ਬੇਫਿਕਰੀ ਤਾਂ ਆਪੇ ਹੀ ਹੈ, ਨੀਂਦ ਤਾਂ ਆਪੇ ਹੀ ਹੋਣੀ ਹੈ, ਅਤੇ ਨਹੀਂ ਤਾਂ ਕੋਈ ਫਿਕਰ ਲੱਗਾ ਰਹਿੰਦਾ ਹੈਗਾ। ਸੋ ਕਹਿਣ ਦਾ ਭਾਵ ਹੈ ਵੀ ਜਿੰਨਾ ਭਜਨ ਬੰਦਗੀ ਕਰਨੀ ਹੈ ਉਹਨਾਂ ਨੂੰ ਜ਼ਿਆਦਾ ਖਲਾਰਾ ਨਹੀਂ ਪਾਉਣਾ ਚਾਹੀਦਾ। ਆਪਣਾ ਥੋੜ੍ਹੇ ਜਿਹੇ ਨਾਲ ਹੀ ਸਾਰੋ ਬਸ। ਇਸ ਲਈ ਕਹਿੰਦੇ ਆਨ ਮੰਨੂ ਤੋ ਪਰ ਘਰ ਜਾਊਂ। ਹੇ ਪਰਮਾਤਮਾ, ਜੇ ਮੈਂ ਕਿਸੇ ਹੋਰ ਨੂੰ ਮੰਨਾਂ ਫਿਰ ਤਾਂ ਕੁਛ ਮੰਗਣ ਲਈ ਕਿਸੇ ਹੋਰ ਕੋਲ ਜਾਵਾਂ। ਮੈਂ ਤਾਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਇਸ ਲਈ ਮੈਂ ਕਿਸੇ ਕੋਲ ਕਿੱਥੇ ਜਾਵਾਂ। ਮੈਂ ਤਾਂ ਪਰ ਘਰ ਬਗਾਨੇ ਘਰ ਤਾਂ ਜਾਵਾਂ ਜੇ ਮੈਂ ਆਣ ਕਿਸੇ ਹੋਰ ਨੂੰ ਮੰਨਾਂ। ਮੈਂ ਤਾਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਇਸ ਲਈ ਮੈਂ ਹੋਰ ਕਿੱਥੇ ਜਾਵਾਂ ਮੰਗਣ ਜੀ। ਕਿਸ ਜਾਚੋਂ ਕੂੜੇ ਨੂੰ ਬਿੰਦੀ, ਕਿਸ ਜਾਚੋਂ ਨਾਹੀਂ ਕੋ ਥਾਂ, ਮੈਂ ਕਿਸ ਤੋਂ ਮੰਗਾਂ। ਮੇਰੇ ਲਈ ਤਾਂ ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਹੈ ਬਈ ਮੈਂ ਤਾਂ ਤੇਰੇ ਤੋਂ ਹੀ ਮੰਗਣਾ। ਜਿਹੜਾ ਬੰਦਾ ਪਰਮਾਤਮਾ 'ਤੇ ਨਿਰਭਰ ਹੋ ਜਾਂਦਾ ਨਾ, ਫਿਰ ਪਰਮਾਤਮਾ ਆਪੇ ਹੀ ਉਹਨੂੰ ਦਿੰਦਾ। ਤੁਹਾਡਾ ਛੋਟਾ ਬੱਚਾ ਤੁਹਾਡੇ 'ਤੇ ਨਿਰਭਰ ਹੈ, ਆਪ ਕੋਈ ਕਿਰਿਆ ਨਹੀਂ ਕਰ ਸਕਦਾ। ਤੁਹਾਨੂੰ ਰਹਿੰਦੀ ਨਾ ਚਿੰਤਾ, ਕਿਤੇ ਵੀ ਗਏ ਹੋ, ਬੱਚਾ ਅਗਰ ਮਗਰ ਹੈ ਤੁਹਾਨੂੰ ਚਿੰਤਾ ਰਹੇਗੀ। ਉਹ ਰੋ ਨਾ ਰਿਹਾ ਹੋਵੇ, ਉਹ ਕਿਤੇ ਭੁੱਖ ਨਾ ਲੱਗ ਗਈ ਹੈ, ਉਹਨੂੰ ਕਿਤੇ ਦੁੱਧ ਦੀ ਲੋੜ ਨਾ ਹੋਵੇ, ਉਹ ਕਿਤੇ ਡਿੱਗ ਨਾ ਪਵੇ, ਉਹਨੂੰ ਕਿਤੇ ਪਿਆਸ ਨਾ ਲੱਗੀ ਹੋਵੇ, ਤੁਹਾਨੂੰ ਸਾਰੀ ਚਿੰਤਾ ਹੁੰਦੀ ਨੇ। ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ 'ਤੇ ਨਿਰਭਰ ਹੋ ਜਾਵਾਂਗੇ ਉਦੋਂ ਪਰਮਾਤਮਾ ਨੂੰ ਸਾਡੀ ਚਿੰਤਾ ਹੋ ਜਾਏਗੀ। ਅਤੇ ਫਿਰ ਜਦੋਂ ਪਰਮਾਤਮਾ ਨੂੰ ਸਾਡੀ ਚਿੰਤਾ ਫਿਰ ਉਦੋਂ ਕਿਸੇ ਚੀਜ਼ ਦੀ ਫਿਕਰ ਹੀ ਨਹੀਂ ਫਿਰ ਹੁੰਦਾ। ਤਾਂ ਉਹ ਕਹਿੰਦੇ ਜੇ ਤਾਂ ਮੈਂ ਆਨ ਮੰਨੂ ਕਿਸੇ ਹੋਰ ਨੂੰ ਮੰਨਾਂ ਫਿਰ ਤਾਂ ਬਗਾਨੇ ਕਰ ਜਾਵਾਂ। ਮੈਂ ਤਾਂ ਕਿਸੇ ਹੋਰ ਨੂੰ ਮੰਨਦਾ ਹੀ ਨਹੀਂ, ਮੈਂ ਤਾਂ ਤੈਨੂੰ ਮੰਨਦਾ। ਕਹਿੰਦੇ ਕਿਸ ਜਾਚੋਂ ਮੈਂ ਕਿਸ ਤੋਂ ਮੰਗਾਂ, ਨਾ ਹੀ ਕੋ ਥਾਂ, ਮੇਰੇ ਕੋਲ ਤਾਂ ਮੰਗਣ ਲਈ ਤੇਰੇ ਤੋਂ ਬਿਨਾਂ ਹੋਰ ਕੋਈ ਥਾਂ ਹੀ ਨਹੀਂ ਹੈ। ਨਾਨਕ ਗੁਰਮਤਿ ਸਹਿਜ ਸਮਾਉ, ਗੁਰੂ ਦੀ ਮੱਤ 'ਤੇ ਚੱਲ ਕੇ ਮਨੁੱਖ ਸਹਿਜ ਸੁਭਾਅ ਹੀ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ। ਬਸ ਅਸੀਂ ਤਾਂ ਜਿਵੇਂ ਗੁਰੂ ਮਹਾਰਾਜ ਕਹਿੰਦੇ ਉਵੇਂ ਕਰਨਾ। ਵੈਸੇ ਇੱਕ ਸਿੱਖ ਹੁੰਦਾ ਹੀ ਉਹ ਹੈ ਜਿਹੜਾ ਗੁਰੂ ਦੀ ਸਿੱਖਿਆ 'ਤੇ ਚੱਲੇ। ਪਰ ਕਿਉਂਕਿ ਅਸੀਂ ਜਿਹੜਾ ਹੈ ਜਨਮ ਤੋਂ ਸਿੱਖ, ਇਸ ਕਰਕੇ ਸਾਡੇ 'ਚ ਹੌਲੀ ਹੌਲੀ ਬੁਰਾਈਆਂ ਪੈਦਾ ਹੋ ਰਹੀਆਂ। ਇਹ ਜਨਮ ਤੋਂ ਬ੍ਰਾਹਮਣ ਹੈ ਜੀ, ਉਹ 'ਚ ਹਉਮੈ ਪੈਦਾ ਹੁੰਦੇ ਮੈਂ ਬ੍ਰਾਹਮਣ ਹਾਂ ਜੀ। ਉਹ ਐਕਚੁਅਲੀ ਹੈ ਜਨਮ ਤੋਂ, ਕਰਮ ਤੋਂ ਨਹੀਂ। ਗੁਰਬਾਣੀ ਕਹਿੰਦੀ ਬ੍ਰਾਹਮਣ ਕੌਣ ਹੈ? ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਏ। ਜਿਹੜਾ ਪਰਮਾਤਮਾ ਨੂੰ ਜਾਣਦਾ ਉਹ ਹੈ ਬ੍ਰਾਹਮਣ। ਅੱਜ ਜਿਹੜੇ ਪੈਦਾ ਹੋ ਗਿਆ ਬ੍ਰਾਹਮਣ ਦੇ ਘਰ ਬ੍ਰਾਹਮਣ ਹੈ ਜੀ, ਕੁਛ ਆਵੇ ਚਾਹੇ ਨਾ ਆਵੇ, ਕੋਈ ਆਵੇ ਨਾ ਆਵੇ। ਖੱਤਰੀ ਦੇ ਘਰ ਪੈਦਾ ਖੱਤਰੀ ਹੈਗਾ ਕਸ਼ਤਰੀ, ਅਤੇ ਡਰਦਾ ਚੂਹੇ ਤੋਂ ਡਰਦੇ।
ਵੀ ਤੂੰ ਕਸ਼ਤਰੀ ਹੈ, ਤੂੰ ਫੌਜੀ ਹੈ, ਤੇ ਡਰ ਚੂਹੇ ਤੋਂ ਰਿਹਾ। ਕੋਈ ਪੈਦਾ ਖੱਤਰੀ ਦੇ ਘਰ ਹੋ ਗਿਆ, ਬਸ ਕਰਮ ਖੱਤਰੀਆਂ ਵਾਲੇ ਨਹੀਂ ਹੈਗੇ। ਇਸ ਕਰਕੇ ਫਿਰ ਹੌਲੀ ਹੌਲੀ ਗਿਰਾਵਟ ਬੰਦੇ 'ਚ ਆਉਣੀ ਸ਼ੁਰੂ ਹੋ ਜਾਂਦੀ। ਇਸ ਲਈ ਜਦੋਂ ਨਵੀਂ ਨਵੀਂ ਕੌਮ ਸਾਡੀ ਬਣੀ ਸੀ, ਜਿੰਨਾ ਚਿਰ ਗੁਰੂ ਮਹਾਰਾਜ ਜਿਉਂਦੇ ਸਨ, ਸਾਨੂੰ ਸੀ ਛਿੱਤਰਾਂ ਦਾ ਡਰ। ਇਹ ਬੰਦਾ ਛਿੱਤਰਾਂ ਤੋਂ ਬਿਨਾਂ ਠੀਕ ਨਹੀਂ ਹੁੰਦਾ। ਉਹਦਾ ਕਿਉਂਕਿ ਇਹ ਬੰਦਾ, ਮੈਂ ਦੇਖਿਆ, ਬੰਦੇ ਤੋਂ ਡਰਦਾ। ਰੱਬ ਦਿਸਦਾ ਨਹੀਂ, ਉਸ ਤੋਂ ਨਹੀਂ ਡਰਦਾ। ਆ ਗੁਰੂ ਗ੍ਰੰਥ ਦੇ ਵਿੱਚ ਇਹਨਾਂ ਨੂੰ ਗੁਰੂ ਦਿਸਦਾ ਨਹੀਂ, ਇਸ ਲਈ ਬੰਦਾ ਨਹੀਂ ਡਰਦਾ। ਨਹੀਂ ਡਰਦਾ, ਇਹ ਬੰਦਾ ਬੰਦੇ ਤੋਂ ਡਰਦਾ। ਇਸ ਲਈ ਸਿੱਖ ਕੌਮ 10 ਗੁਰੂਆਂ ਤੱਕ ਇਹ ਕਲਾਸ ਰਹੀ। ਜਦੋਂ ਫਿਰ ਗੁਰੂਆਂ ਸਰੀਰ ਤਿਆਗ ਕੇ ਹੌਲੀ 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 ਨਵੀਂ ਤੋਂ ਨਵੀਂ ਜਨਰੇਸ਼ਨ 'ਚ ਫਿਰ ਗਿਰਾਵਟ ਆਈ ਕਿ ਕਿਉਂ ਡਰ ਘਟਦਾ ਗਿਆ, ਡਰ ਘਟਦਾ। ਕਿੰਨੇ ਹੀ ਭਾਵੇਂ ਮੈਂ ਆਪਣੇ ਆਪ ਨੂੰ ਸਮਝਾਵਾਂ ਅਤੇ ਤੁਹਾਨੂੰ ਸਮਝਾਵਾਂ ਕਿ ਗੁਰੂ ਅਤੇ ਬਾਣੀ ਦੇ ਵਿੱਚ ਅਤੇ ਰੱਬ ਆਪਣੇ ਨਾਮ 'ਚ, ਮੰਨ ਲਓ ਮੈਂ ਤੁਰਿਆ ਜਾ ਰਿਹਾ ਅਤੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ, ਅਤੇ ਵਾਹਿਗੁਰੂ ਤਾਂ ਮੇਰੇ ਨਾਲ ਜਾ ਰਿਹਾ ਅਤੇ ਮੈਂ ਜਾ ਰਿਹਾ ਚੋਰੀ ਕਰਨ। ਉਹ ਕਹੇਗਾ ਵਾਹ। ਜਦੋਂ ਕੋਈ ਬੰਦਾ ਜਿਹੜਾ ਵਾਹਿਗੁਰੂ ਨਾ ਆਪਣੇ ਨਾਮ ਦੇ ਵਿੱਚ ਹੈ, ਮੰਨ ਲਓ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਹੇ ਹੋ, ਤੁਹਾਡੇ ਵਿਸ਼ਵਾਸ ਲਿਆਉਣਾ ਪਏਗਾ ਕਿ ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਵਾਹਿਗੁਰੂ ਮੇਰੇ ਨਾਲ ਤੁਰਿਆ ਜਾ ਰਿਹਾ, ਮੈਨੂੰ ਦਿਸੇ ਚਾਹੇ ਨਾ ਦਿਸੇ। ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਜਾ ਰਹੇ ਹੋ, ਗੁਰੂ ਨਾਨਕ ਤੁਹਾਡੇ ਨਾਲ ਨੇ, ਦਿਸਣ ਨਾ ਦਿਸਣ ਉਹ ਗੱਲ ਵੱਖਰੀ ਹੈ। ਇਹ ਵਿਸ਼ਵਾਸ ਲਿਆਉਣਾ, 100% ਵਿਸ਼ਵਾਸ ਲਿਆਉਣਾ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਬਿੱਤ ਸਹਾਈ। ਅਤੇ ਪਰਮਾਤਮਾ ਕਿਉਂਕਿ ਵਾਹਿਗੁਰੂ ਸ਼ਬਦ ਦੇ ਵਿੱਚ ਹੈ, ਇਸ ਲਈ ਜੋ ਅਸੀਂ ਬੋਲ ਰਹੇ ਪਰਮਾਤਮਾ ਸੁਣ ਰਿਹਾ ਹੈ, ਉਹ ਸੁਣ ਰਿਹਾ। ਇਹ ਵਿਸ਼ਵਾਸ ਲਿਆਉਣਾ। ਵਿਸ਼ਵਾਸ ਬੜੀ ਤਾਕਤ ਹੈ। ਇੱਕ ਦਿਨ ਸਭ ਕੁਝ ਪ੍ਰਤੱਖ ਕਰਕੇ ਵਿਖਾ ਦੇਗਾ। ਜਿਵੇਂ ਕਈ ਵਾਰੀ ਕਿਹਾ ਕਿ ਆਪਾਂ ਸੁਣ ਲਿਆ ਵੀ ਜਿਹੜਾ ਸਿੱਖ ਜਦੋਂ ਹੈ ਗੁਰੂ ਦੇ ਚਰਨਾਂ 'ਤੇ ਮੱਥਾ ਟੇਕਦਾ ਹੈ, ਉਹਦੀਆਂ ਪੁੱਠੀਆਂ ਰੇਖਾਵਾਂ ਸਿੱਧੀਆਂ ਹੋ ਜਾਂਦੀਆਂ, ਉਹਦੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ। ਇੱਕ ਮੈਨੂੰ ਬੰਦਾ ਪੁੱਛਦਾ ਜੀ ਵੀ ਹੁਣ ਤਾਂ ਉਦੋਂ ਤਾਂ 10 ਪਾਤਸ਼ਾਹ ਜਿਉਂਦੇ ਸਨ, ਸਿੱਖ ਵਾਕਈ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਦੇ ਸਨ। ਹੁਣ ਗੁਰੂ ਗ੍ਰੰਥ ਸਾਹਿਬ ਤਾਂ ਕਿਤੇ ਨੇ ਅਤੇ ਅਸੀਂ ਕਿਤੇ ਮੱਥਾ ਟੇਕ ਰਹੇ ਹਾਂ। ਕੀ ਅਸੀਂ ਚਰਨਾਂ 'ਤੇ ਮੱਥਾ ਟੇਕ ਰਹੇ? ਮੈਂ ਵੀ ਹਾਂ, ਇਹਦੇ ਮਨ 'ਚ ਆ ਗਿਆ। ਮੈਂ ਸੁਣ ਮੇਰੀ ਗੱਲ, ਜੇ ਤੂੰ ਵਾਕਈ ਚਾਹੁੰਦਾ ਨਾ ਇਹ ਕ੍ਰਿਸ਼ਮਾ ਵੇਖਣਾ, ਪਹਿਲਾਂ ਤਾਂ ਤੈਨੂੰ ਵਿਸ਼ਵਾਸ ਲਿਆਉਣਾ ਪਊਗਾ। ਜਦੋਂ ਤੂੰ ਮੱਥਾ ਟੇਕੇ ਨਾ, ਤੂੰ ਐਂ ਸਮਝੀ ਵੀ ਆਹ 2 ਪੈਰ ਮੇਰੇ ਅੱਗੇ ਨੇ, ਸਮਝੀ, ਤੈਨੂੰ ਦਿਸਣਗੇ ਨਹੀਂ, ਤੂੰ ਸਮਝੀ ਆਹ 2 ਪੈਰ ਮੇਰੇ ਅੱਗੇ ਨੇ, ਇਹ ਮੈਂ ਸਿਰ ਇਹਨਾਂ ਚਰਨਾਂ 'ਤੇ ਰੱਖ ਰਿਹਾ। ਤੂੰ ਕੁਝ ਮਹੀਨੇ ਇਹ ਅਭਿਆਸ ਕਰ, ਤੂੰ ਇੱਕ ਦਿਨ ਹੈਰਾਨ ਹੋ ਜਾਏਗਾ ਕਿ ਤੈਨੂੰ ਜਿਹੜਾ ਜਦ ਤੂੰ ਸਿਰ ਨੀਵਾਂ ਕੇ ਮੱਥਾ ਟੇਕ, ਤੈਨੂੰ ਦੋਨੋਂ ਪੈਰ ਹੀ ਦਿਸਣ ਲੱਗ ਜਾਣਗੇ, ਤੈਨੂੰ ਦੋਨੋਂ ਚਰਨ ਦਿਸਣ ਲੱਗ ਜਾਣਗੇ। ਜਿਹਦੀ ਮਰਜ਼ੀ ਮੈਂ ਤਜਰਬਾ ਕਰਕੇ ਵੇਖ ਲਓ। ਅਸੀਂ ਚਰਨਾਂ 'ਤੇ ਹੀ ਮੱਥਾ ਟੇਕ ਰਹੇ ਹਾਂ, ਸਿਰਫ ਉਹ ਚਰਨ ਸਾਨੂੰ ਦਿਸ ਨਹੀਂ ਰਹੇ, ਬਸ ਇੰਨਾ ਹੀ ਫਰਕ ਹੈ। ਮੈਂ ਤਾਂ ਚਰਨ, ਜਦ ਤੁਸੀਂ ਸ਼ਰਧਾ ਨਾਲ ਮੱਥਾ ਟੇਕਦੇ ਹੋ, ਤੁਸੀਂ ਗੁਰੂ ਮਹਾਰਾਜ ਦੇ ਚਰਨਾਂ 'ਤੇ ਹੀ ਟੇਕ ਰਹੇ ਹੋ, ਉਹ ਉਹਨੂੰ ਸਵੀਕਾਰ ਕਰ ਰਹੇ ਨੇ। ਸੋ ਇਹ ਜਿਹੜਾ ਵਿਸ਼ਵਾਸ ਹੁੰਦਾ, ਇਹ 'ਚ ਬੜੀ ਤਾਕਤ ਹੁੰਦੀ ਹੈ। ਵਿਸ਼ਵਾਸ ਇੱਕ ਦਿਨ ਉਹ ਸੱਚ ਪ੍ਰਗਟ ਕਰਕੇ ਵਿਖਾਉਂਦਾ ਹੈ। ਵਿਸ਼ਵਾਸ ਹੋਣਾ ਜ਼ਰੂਰੀ ਹੈ। ਜਿਹਦੀ ਮਰਜ਼ੀ ਤਜਰਬਾ ਕਰਕੇ ਵੇਖ ਲਵੇ। ਹੁਣ ਹੋ ਸਕਦਾ ਸਾਨੂੰ ਟਾਈਮ ਲੱਗ ਜਾਏ। ਜਦੋਂ ਅਸੀਂ ਸ਼ੁਰੂ 'ਚ ਭਜਨ ਬੰਦਗੀ ਕਰਨ ਲੱਗੇ ਸੀ ਨਾ, ਮੈਂ ਬੜਾ ਕੁਛ ਵੇਖਿਆ ਦਾਤੇ ਦੀ ਕਿਰਪਾ ਨਾਲ। ਐਵੇਂ ਮੈਂ ਕਹਾਂ, ਉਦੋਂ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀ। ਮੈਂ ਪਿੰਡ 'ਚ ਸਰਵਿਸ ਕਰਦਾ ਸੀ, ਕੋਈ ਨਹੀਂ ਸੀ ਜਿਸ ਨਾਲ ਮੈਂ ਸਾਂਝਾ ਕਰ ਸਕਾਂ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ, ਜੋ ਮੈਨੂੰ ਦਿਸ ਰਿਹਾ, ਇਹ ਕੀ ਚੀਜ਼ ਕਿਵੇਂ ਹੈ। ਮੈਨੂੰ ਇਹ ਘਾਟ ਰਹੀ। ਕਿਤਾਬਾਂ ਇਹ ਸਾਰਾ ਕੁਛ ਨਹੀਂ ਦੱਸ ਸਕਦੀ ਹੁੰਦੀ, ਇਹ ਬੰਦਾ ਹੀ ਦੱਸ ਸਕਦਾ ਹੁੰਦਾ। ਔਰ ਇਹ ਕੋਈ ਸੰਤ ਮਹਾਤਮਾ ਹੀ ਦੱਸ, ਦੂਜੇ ਦਾ ਹੱਸੀ ਜਾਊਗਾ, ਇਹ ਤਾਂ ਹੱਸੀ ਜਾਏਗਾ, ਦੂਜੇ ਦਾ ਪਤਾ ਹੀ ਲੱਗਣਾ ਕੀ ਹੈ। ਮੈਨੂੰ ਐਂ ਲੱਗਿਆ ਕਰੇ ਮੇਰੇ ਨਾਲ ਕੋਈ ਤੁਰਿਆ ਜਾ ਰਿਹਾ। ਜੇ ਮੈਂ ਤੁਰਿਆ ਜਾ ਰਿਹਾ ਹਾਂ, ਮੈਨੂੰ
ਪਾਠ ਕਰਦੇ ਜਾ ਰਿਹਾ, ਸਿਮਰਨ ਕਰ, ਮੈਨੂੰ ਐਂ ਲੱਗੇ ਮੇਰੇ ਨਾਲ ਹੀ ਕੋਈ ਤੁਰਿਆ ਜਾ ਰਿਹਾ। ਅਤੇ ਜੇ ਮੈਂ ਇਸੇ ਤਰ੍ਹਾਂ ਹੀ ਅਗਰ ਮੈਨੂੰ ਕੋਈ ਗਾਈਡ ਕਰਨ ਵਾਲਾ ਹੁੰਦਾ ਕਿ ਜੈਮਲ ਸਿੰਘ ਜੀ ਅਜੇ ਤੁਹਾਨੂੰ ਮਹਿਸੂਸ ਹੋ ਰਿਹਾ ਤੁਹਾਡੇ ਨਾਲ ਕੋਈ ਤੁਰਿਆ ਜਾ ਰਿਹਾ, ਤੁਸੀਂ ਲੱਗੇ ਰਹੋ, ਵਿਸ਼ਵਾਸ ਰੱਖੋ ਕਿ ਜਿਹੜਾ ਤੁਰਿਆ ਜਾ ਰਿਹਾ 10 ਗੁਰੂਆਂ 'ਚ ਇੱਕ ਤੋਂ ਗੁਰੂ ਤੁਰਿਆ ਜਾ ਰਿਹਾ, ਤੁਸੀਂ ਲੱਗੇ ਰਹੋ, ਤੁਹਾਡੇ ਇੱਕ ਦਿਨ ਦਿਸ ਪੈਣਗੇ ਕਿ ਹਾਂ ਇਹ ਤਾਂ ਫਲਾਣਾ ਗੁਰੂ ਨਾਲ ਤੁਰਿਆ ਜਾ ਰਿਹਾ ਹੈ। ਗਾਈਡ ਕਰਨ ਵਾਲਾ ਵੀ ਕੋਈ ਚਾਹੀਦਾ ਹੈ। ਕਈ ਵਾਰੀ ਇਹ ਸਾਡਾ ਇਸੇ ਤਰੀਕਾ ਅਧੂਰਾ ਰਹਿੰਦਾ ਕਿ ਸਾਨੂੰ ਗਾਈਡ ਕਰਨ ਵਾਲਾ ਹੀ ਨਹੀਂ ਟੱਕਰਦਾ ਕਈ ਵਾਰੀ ਹਨ। ਇਹ ਵੱਡੇ ਭਾਗ ਹੁਣ ਕਿਸੇ ਪਹੁੰਚੇ ਸੰਤ ਮਹਾਤਮਾ ਨਾਲ ਮੇਲ ਹੋ ਜਾਏ, ਉਹ ਸਮੇਂ ਸਮੇਂ 'ਤੇ ਸਾਨੂੰ ਗਾਈਡ ਕਰਦਾ ਰਹੇ ਤਾਂ ਜੋ ਅਸੀਂ ਆਤਮਿਕ ਤੌਰ 'ਤੇ ਤਰੱਕੀ ਕਰਦੇ ਰਹੀਏ। ਪਰ ਜੋ ਕੁਛ ਵੀ ਤੁਸੀਂ ਚਾਹੁੰਦੇ ਹੋ ਪਹਿਲਾਂ ਤੁਹਾਨੂੰ ਵਿਸ਼ਵਾਸ ਲਿਆਉਣਾ ਪੈਣਾ, ਵਿਸ਼ਵਾਸ ਲਿਆਉਣਾ ਪੈਣਾ। ਜਦੋਂ ਸਾਫ਼ ਹੀ ਕਹਿੰਦੇ ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਅਤੇ ਤੁਸੀਂ ਇਰਾਦ ਰਹੇ ਹੋ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਹੋ ਅਤੇ ਪਰਮਾਤਮਾ ਮਿੱਤਰ ਬਣ ਕੇ ਤੁਹਾਡੇ ਨਾਲ ਜਾ ਰਿਹਾ। ਜਿੱਥੇ ਕੋਈ ਵਿਪਤਾ ਹੈ ਉਹਦੀ ਤੁਹਾਡੀ ਸਹਾਇਤਾ ਕਰ ਦੇਗਾ, ਨਹੀਂ ਤਾਂ ਨਾਲ ਨਾਲ ਤੁਰਿਆ ਜਾ ਰਿਹਾ, ਨਹੀਂ ਨਾਲ ਨਾਲ ਤੁਰਿਆ ਜਾ ਰਿਹਾ। ਜੇ ਮੈਂ ਇੱਕ ਵਾਰ ਐਂ ਹੀ ਪਾਠ ਕਰ ਰਿਹਾ ਤੇ ਉੱਪਰ 2 ਗੁਰਮੁਖ ਪਿਆਰੇ ਆ ਗਏ, ਮੈਂ ਉਹਨੂੰ ਜਾਣਦਾ ਸੀ, ਮੈਨੂੰ ਜਾਣਦੇ, ਉਹ ਨਾ ਉੱਥੇ ਹੀ ਖੜ੍ਹ ਗਏ। ਕਿੰਨੀ ਦੇਰ ਉਹ ਖੜ੍ਹੇ ਰਹੇ, ਚਲੋ ਮੈਂ ਆਪਣੇ ਲੱਗਾ ਰਿਹਾ, ਫਿਰ ਆਏ, ਉਹਨਾਂ ਮੱਥਾ ਟੇਕਿਆ, ਫਿਰ ਮੈਂ ਚਲੋ ਹੇਠਾਂ ਚੱਲਦੇ ਚਾਹ ਪਾਣੀ ਪੀ। ਮੈਂ ਤੁਸੀਂ ਖਲੋ ਕਿਉਂ ਗਏ? ਕਹਿੰਦੇ ਅਸੀਂ ਤਾਂ ਇੱਕ ਬਹੁਤ ਵਧੀਆ ਜ਼ਬਰਦਸਤ ਕੌਤਕ ਵੇਖ ਰਹੇ ਸੀ। ਮੈਂ ਤੁਸੀਂ ਕੀ ਕੌਤਕ ਵੇਖਿਆ? ਕਹਿੰਦੇ ਗੁਰੂ ਨਾਨਕ ਦੇਵ ਜੀ ਚੌਰ ਸਾਹਿਬ ਕਰ ਰਹੇ ਸੀ, ਅਸੀਂ ਤਾਂ ਉਹਨਾਂ ਦੇ ਦਰ ਜਿੰਨਾ ਚਿਰ ਉਹ ਖੜ੍ਹੇ ਰਹੇ ਅਸੀਂ ਵੀ ਖੜ੍ਹੇ ਰਹੇ, ਫਿਰ ਉਹ ਅਲੋਪ ਹੋ ਗਏ, ਅਸੀਂ ਆ ਕੇ ਮੱਥਾ ਟੇਕਿਆ। ਬੜਾ ਕੁਛ ਹੁੰਦਾ ਹੈ, ਆਪਣੀ ਦਿਵ ਦ੍ਰਿਸ਼ਟੀ ਨਾ ਖੁੱਲ੍ਹੀ ਹੋਣ ਕੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੈ। ਇਸ ਲਈ ਲਾਪਰਵਾਹੀ ਨਾਲ ਪਾਠ ਨਹੀਂ ਕਰਨਾ ਹੈ, ਠੀਕ ਹੈ। ਇੱਕ ਮੈਨੂੰ ਇਹ ਸਿੱਖਿਆ ਮਿਲੀ, ਗੁਰੂ ਗ੍ਰੰਥ ਦੇ ਤਾਪਿਆ ਬੈਠੇ, ਬੜੇ ਧਿਆਨ ਨਾਲ ਬਹਿਣਾ ਹੈ। ਕੀ ਪਤਾ ਕਿਹੜੇ ਗੁਰੂ ਮਹਾਰਾਜ ਆ ਜਾਣ, ਕਿ ਉਹ ਸਾਰੇ ਗੁਰੂਆਂ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਨੇ, ਸਾਰੇ ਗੁਰੂ ਮੱਥਾ ਟੇਕੇ ਕਿ ਨਹੀਂ। ਪੰਚਮ ਪਾਤਸ਼ਾਹ ਨੇ ਆਪ ਹੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਦੇਖੋ 1.5 ਸਾਲ ਜਿਉਂਦੇ ਰਹੇ, ਪਲੰਗ 'ਤੇ ਬਿਰਾਜਮਾਨ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਨੂੰ, ਆਪ ਹੇਠਾਂ ਚਾਦਰ ਵਿਛਾ ਕੇ ਫਰਸ਼ 'ਤੇ ਸੌਂਦੇ ਸਨ। ਗੁਰੂ ਗ੍ਰੰਥ ਦਾ ਬਰਾਬਰੀ ਹੀ ਨਹੀਂ ਕੀਤੀ ਬਾਕੀ 1.5 ਸਾਲ ਜਿੰਨੇ ਸਮਾਂ ਜਿਉਂਦੇ ਰਹੇ। ਹਾਲਾਂਕਿ ਆਪ ਹੀ ਲਿਖਿਆ ਸੀ ਨਾ, ਆਪਣੀ ਹੀ ਬਾਣੀ ਸੀ ਨਾ, ਪਰ ਇਸ ਦੇ ਬਾਵਜੂਦ ਉਹ ਕਹਿੰਦੇ ਸੀ ਨਹੀਂ ਸਾਡੀ ਬਾਣੀ ਨਹੀਂ, ਇਹ ਤਾਂ ਪਰਮਾਤਮਾ ਦੇ ਬੋਲ ਨੇ, ਪਰਮਾਤਮਾ ਸਾਡੇ ਤੋਂ ਵੱਡਾ ਹੈ। ਇਸ ਲਈ ਉਹਨੇ ਵਾਕਿਆ ਹੀ ਮਹਾਨਤਾ ਦਿੱਤੀ। ਅਤੇ 10ਮ ਪਾਤਸ਼ਾਹ ਨੇ ਦੇਖੋ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ। ਮੱਥਾ ਆਪਾਂ ਵੱਡੇ ਨੂੰ ਟੇਕਦੇ ਹਾਂ ਨਾ, ਇਹ ਤਾਂ ਸਾਫ਼ ਜ਼ਾਹਰ ਹੈ, ਛੋਟੇ ਤਾਂ ਆਪਾਂ ਮੱਥਾ ਨਹੀਂ ਟੇਕਦੇ, ਆਪਣੇ ਤਾਂ ਵੱਡੇ ਨੂੰ ਟੇਕਦੇ ਹਾਂ। 10ਮ ਪਾਤਸ਼ਾਹ ਨੇ ਜਦੋਂ ਮੱਥਾ ਟੇਕਿਆ ਹੈ ਗੁਰੂ ਗ੍ਰੰਥ ਸਾਹਿਬ ਨੂੰ, ਚਲੋ ਬਾਕੀ ਗੁਰੂਆਂ ਨੇ ਤਾਂ ਗੁਰੂ ਨੂੰ ਮੱਥਾ ਟੇਕਿਆ, ਅਗਲੇ ਨੂੰ ਇਸ ਤਰ੍ਹਾਂ ਕਰੀ ਗਏ। 10ਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਿਆ। ਉਹਨੇ ਸਵੀਕਾਰ ਕਰ ਲਿਆ ਕਿ ਗੁਰੂ ਗ੍ਰੰਥ ਸਾਡੇ ਤੋਂ ਵੀ ਉੱਪਰ ਹਨ। ਇਸ ਲਈ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਪਾਠ ਕਰ ਰਹੇ ਬੜੇ ਪਿਆਰ ਨਾਲ, ਕਿਸ ਗੁਰੂ ਨੇ ਆ ਕੇ ਚੌਰ ਸਾਹਿਬ ਕਰਨ ਲੱਗ ਜਾਣਾ, ਅਤੇ ਅਸੀਂ ਸਾਵਧਾਨ ਹੀ ਨਹੀਂ ਹੈਗੇ। ਜੇ ਅਸੀਂ ਬੇਧਿਆਨੀ ਨਾਲ ਪਾਠ ਕਰੇ ਕਿਸੇ ਗੁਰੂ ਨੇ ਨਹੀਂ ਆਉਣਾ। ਉਹ ਕੋਈ ਗੱਲ ਨਹੀਂ, ਗੱਲ ਬਿਰਤੀ ਦੀ, ਚਾਹੇ ਬੋਲ ਕੇ ਕਰੋ ਚਾਹੇ ਮਨ 'ਚ ਕਰੋ, ਉਹ ਤੁਹਾਡੀ ਆਪਣੀ ਮਰਜ਼ੀ। ਕਈ ਵਾਰੀ ਮੇਰੇ ਵਰਗਾ ਦਾ ਗਲਾ ਖਰਾਬ ਹੈ, ਮੈਂ ਬੋਲ ਬੋਲ ਕੇ ਨਹੀਂ ਕਰਦਾ, ਮੈਂ ਮਨ 'ਚ ਹੀ ਸਾਰਾ ਪਾਠ ਕਰਦਾ ਹਾਂ। ਪਰ ਹੁਣ ਜੇ ਕੋਈ ਜਿਵੇਂ ਤੁਸੀਂ ਬੈਠੇ ਹੋ ਫਿਰ ਤੁਹਾਨੂੰ ਬੋਲਣਾ ਹੀ ਪੈਣਾ ਕਿ ਨਹੀਂ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਕਈਆਂ ਦੀ ਬਿਰਤੀ ਜਿਹੜੀ ਹੈ ਬੋਲ ਬੋਲ ਕੇ ਲੱਗਦੀ ਹੈ, ਉਹ ਬੋਲ ਬੋਲ ਕੇ ਕਰ ਲਓ। ਛੋਟਾ ਬੱਚਾ ਹਮੇਸ਼ਾ ਬੋਲ ਬੋਲ ਕੇ ਯਾਦ ਕਰੇਗਾ, ਕਦੇ ਵੀ ਤੁਸੀਂ ਇਹਨੂੰ ਨੋਟ ਕਰ ਲਓ। ਜਦੋਂ ਕਿਸੇ ਚੀਜ਼ ਨੂੰ ਰੱਟਾ ਲਾਉਂਦਾ ਨਾ, ਉਹ ਬੋਲ ਬੋਲ ਕੇ ਕਰਦਾ। ਕਈ ਟੋਕਦੇ ਉਹ ਤੂੰ ਮਨ 'ਚ ਪਲ ਹੈ, ਮੈਂ ਨਹੀਂ ਯਾਰ ਤੂੰ ਤਾਂ ਵੱਡੇ ਵਾਂਗੂ ਗੱਲਾਂ ਕਰਦਾ, ਤੈਨੂੰ ਆਪਣਾ ਬਚਪਨ ਭੁੱਲ ਗਿਆ। ਅਸੀਂ ਟੀਚਰ ਹਾਂ, ਸਾਨੂੰ ਪਤਾ ਹੈ ਛੋਟੀ ਉਮਰ ਸਾਰੇ ਬੋਲ ਬੋਲ ਕੇ ਯਾਦ ਕਰਦੇ ਨੇ। ਉਹ ਕੰਨ ਨੂੰ ਚੰਗੀ ਤਰ੍ਹਾਂ ਸੁਣਦਾ। ਤੁਸੀਂ ਆਪ ਵੀ ਤਜਰਬਾ ਕਰਕੇ ਵੇਖ ਲਿਓ। ਤੁਸੀਂ ਮਨ 'ਚ ਪਾਠ ਕਰਿਓ, ਤੁਹਾਡਾ ਕਈ ਥਾਵਾਂ 'ਤੇ ਮਨ ਖਿੰਡੇਗਾ। ਤੁਸੀਂ ਬੋਲ ਬੋਲ ਕੇ ਪਾਠ ਕਰੋ, ਤੁਹਾਨੂੰ ਜ਼ਿਆਦਾ ਮਨ ਟਿਕ ਜਾਏਗਾ। ਬਾਈ ਚਾਂਸ ਜੇ ਤੁਹਾਨੂੰ ਕੋਈ ਸੁਣ ਰਿਹਾ ਹੈ ਫਿਰ ਤੁਹਾਡਾ ਟਿਕਿਆ ਹੀ ਟਿਕਿਆ। ਤੁਹਾਡਾ ਮਨ ਇੱਧਰ ਉੱਧਰ ਜਾ ਸਕਦਾ 1 ਘੰਟਾ, ਮੇਰਾ ਨਹੀਂ ਜਾ ਸਕਦਾ, ਕਿਉਂਕਿ ਮੈਨੂੰ ਪਤਾ ਹੈ ਮੈਨੂੰ ਤਾਂ ਇੰਨੇ ਸੁਣ ਰਹੇ ਨੇ, ਸੰਸਾਰ 'ਚ ਬੈਠੇ ਪਤਾ ਨਹੀਂ ਕਿੰਨੇ ਬੰਦੇ ਸੁਣ ਰਹੇ ਨੇ। ਜਦੋਂ ਸਾਨੂੰ ਕੋਈ ਸੁਣ ਰਿਹਾ ਹੋਵੇ ਅਸੀਂ ਕੁਦਰਤੀ ਹੀ ਸਾਵਧਾਨ ਹੋ ਜਾਂਦੇ।
ਤੇ ਉਹ ਫਲ ਜ਼ਿਆਦਾ ਮਿਲਣਾ ਹੀ ਮਿਲਣਾ। ਤੁਹਾਡੇ ਨਾਲੋਂ ਇਸ ਵੇਲੇ ਮੈਨੂੰ ਜ਼ਿਆਦਾ ਫਲ ਮਿਲ ਰਿਹਾ ਹੈ, ਕਿਉਂ? ਮੇਰਾ ਧਿਆਨ ਇੱਧਰ ਉੱਧਰ ਜਾ ਹੀ ਨਹੀਂ ਸਕਦਾ। ਤੁਹਾਡਾ ਧਿਆਨ ਹੋ ਸਕਦਾ ਬਾਜ਼ਾਰ ਗੇੜਾ ਲਾਇਆ ਹੋਵੇ 2-4 ਵਾਰੀ, ਮੈਂ ਕਹਿ ਨਹੀਂ ਸਕਦਾ, ਹੋ ਸਕਦਾ ਜਾਇਆ ਹੋਵੇ ਵਿੱਚ। ਕਿਉਂ? ਅਸੀਂ ਗ੍ਰਸਤੀ ਬੰਦੇ ਹਾਂ, ਕਈ ਪਾਸੇ ਧਿਆਨ ਚਲੇ ਜਾਂਦਾ। ਉੱਧਰ ਕੁੜੀ ਦਾ ਵਿਆਹ ਰੱਖਿਆ ਹੋਇਆ, ਉੱਧਰ ਤੁਸੀਂ ਇੱਥੇ ਬੈਠੇ ਹੋ, ਤੁਸੀਂ ਅਜੇ ਵਰੀ ਖਰੀਦਣੀ ਹੈ, ਫਲਾਣਾ ਖਰੀਦਣਾ, ਧਿਆਨ ਚਲੇ ਜਾਂਦਾ। ਕੁਦਰਤੀ ਗੱਲ। ਬੋਲਣ ਵਾਲੇ ਦਾ ਨਹੀਂ ਜਾ ਸਕਦਾ। ਜੇ ਬੋਲਣ ਵਾਲੇ ਦਾ ਧਿਆਨ ਇੱਧਰ ਜਾਏਗਾ ਤਾਂ ਭੁੱਲ ਜਾਏਗਾ, ਉਹ ਤਾਂ ਭੁੱਲ ਜਾਏਗਾ। ਪਤਾ ਨਹੀਂ ਮੂੰਹ 'ਚੋਂ ਕੀ ਬੋਲਦੇ ਗਲਤੀ ਨਾਲ। ਉਹਨੂੰ ਬੜਾ ਸਾਵਧਾਨ ਰਹਿਣਾ ਪੈਂਦਾ, ਅਤੇ ਸਾਵਧਾਨ ਇਕਾਗਰ ਚੀਤ ਨਾਲ ਹੀ ਗੱਲ ਬਣਦੀ ਹੈ। ਇਸ ਲਈ ਭਾਈ ਜੇ ਬੋਲ ਬੋਲ ਕੇ ਤੁਹਾਡਾ ਮਨ ਟਿਕਦਾ, ਬੋਲ ਬੋਲ ਕੇ ਪਾਠ ਕਰ ਲਓ, ਉਹ ਕੋਈ ਗੱਲ ਨਹੀਂ ਹੈਗੀ। ਉਹ ਤੁਹਾਡੇ ਆਪਣੇ ਆਪ ਹਰ ਬੰਦੇ 'ਤੇ ਆਪਣੇ 'ਤੇ ਨਿਰਭਰ ਕਰਦਾ। ਮਨ 'ਚ ਕਰਨਾ ਮਨ 'ਚ ਕਰ ਲਓ, ਬੋਲ ਬੋਲ ਕੇ ਕਰਨਾ ਬੋਲ ਬੋਲ ਕੇ ਕਰ ਲਓ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਨਕ ਗੁਰਮਤਿ ਸਹਿਜ ਸਮਾਓ। ਗੁਰੂ ਦੀ ਮੱਤ 'ਤੇ ਚੱਲ ਕੇ ਸਹਿਜੇ ਹੀ ਇਨਸਾਨ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਸਾਰੀ ਸੰਗਤ ਨੂੰ, ਆਹ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਸ਼ੁਰੂ ਹੋਣੇ ਨੇ। ਆਪਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਅਤੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਇਹ ਦੋਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਣਗੇ ਸ਼ੁੱਕਰਵਾਰ ਨੂੰ। ਜਿਵੇਂ ਉੱਪਰ 6-7 ਅਖੰਡ ਪਾਠ ਹੁੰਦੇ ਨੇ, ਉਹ ਸ਼ੁਰੂ ਹੋ ਜਾਣੇ ਨੇ। ਐਤਵਾਰ ਨੂੰ ਉਹਨਾਂ ਦੇ ਭੋਗ ਪੈਣੇ ਨੇ। ਪਾਠੀਆਂ ਨੂੰ ਬੇਨਤੀ ਹੈ ਆਪਣੀ ਆਪਣੀ ਡਿਊਟੀਆਂ ਯਾਦ ਰੱਖਣ। ਐਤਵਾਰ ਨੂੰ ਇੱਥੇ ਭੋਗ ਪਾਉਣ ਤੋਂ ਬਾਅਦ ਫਿਰ 8:45 ਵਜੇ ਲੈ ਕੇ 9:45 ਵਜੇ ਤੱਕ ਵੱਡਾ ਗੁਰਦੁਆਰਾ ਸਾਹਿਬ ਹੈ, ਉੱਥੇ ਜਿਹੜਾ ਕੀਰਤਨ ਹੋਵੇਗਾ। ਸੋ ਇੱਕ ਦੂਜੇ ਨੂੰ ਦੱਸ ਵੀ ਦੇਣਾ, ਕਿਉਂਕਿ ਅੱਜ ਮੇਰਾ ਬੁੱਧਵਾਰ ਹੋ ਗਿਆ, ਬਸ ਕੱਲ੍ਹ ਦਾ ਦਿਨ ਹੀ ਵਿੱਚ, ਪਰਸੋਂ ਨੂੰ ਫਿਰ ਅਖੰਡ ਪਾਠ ਸ਼ੁਰੂ ਹੋ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।